मैं कंपैरेटिव रिलीजन के उत्ते भी PhD की है, सारे धर्मों में पढ़िया है। अच्छा जी। हाँ जी, सारे में बुद्धिज्म, जूडिज्म, इस्लाम, क्रिश्चियनिटी, हिंदुइज्म। ਇਹਨਾਂ ਸਾਰਿਆਂ ਦਾ ਨਿਚੋੜ ਕੀ ਹੈ ਮਤਲਬ ਅਕੋਰਡਿੰਗ ਟੂ ਸਿੱਖ ਧਰਮ ਨੂੰ ਲੈ ਕੇ ਟੀਵੀ ਦੇ ਸਾਹਮਣੇ ਕਹਿ ਰਹੇ ਹਾਂ, ਦਾਅਵੇ ਨਾਲ ਕਹਿ ਰਹੇ ਹਾਂ, ਕਿਸੇ ਨੇ ਬਹਿਸ ਕਰਨੀ ਹੋਵੇ ਮੈਂ ਕਈਆਂ ਨੂੰ ਚੈਲੰਜ ਵੀ ਕੀਤਾ ਹੈ ਜੀ। ਮੁਕਤੀ ਸਿਰਫ ਸਿੱਖ ਧਰਮ ਦੇ ਵਿੱਚ ਹੈ। ਅਗਰ ਕਿਸੇ ਨੇ ਮੁਕਤੀ ਪ੍ਰਾਪਤ ਕਰਨੀ ਹੈ ਤਾਂ ਹਾਂ ਹੋਏਗੀ ਹੋਰ ਧਰਮਾਂ 'ਚ ਮੁਕਤੀ, ਲੇਕਿਨ ਉਹ ਇਮੀਡੀਏਟ ਮੁਕਤੀ ਨਹੀਂ ਹੈ। ਜੇ ਅਕਾਲ ਪੁਰਖ ਦੇ ਚਰਨਾਂ 'ਚ ਤੁਹਾਨੂੰ ਈਜ਼ੀਲੀ ਨਿਵਾਸ ਚਾਹੀਦਾ ਜੀ। ਤਾਂ ਉਹ ਸਿਰਫ ਤੇ ਸਿਰਫ ਗੁਰਬਾਣੀ ਦੇ ਰਾਹੀਂ, ਜੇ ਅਸੀਂ ਗੁਰਬਾਣੀ ਨੂੰ ਸਮਝ ਸਕੀਏ ਤਾਂ ਸਭ ਗਲਤ ਹੈ। ਸਭ ਚੌਕੀਆਂ ਬੀਬੀਆਂ ਜੋ ਕਰ ਰਹੇ ਨੇ, ਆ ਹੁਣ ਚੁਪਹਿਰਾ ਸ਼ੁਰੂ ਕਰਤਾ ਇਹਨਾਂ ਨੇ ਜੀ ਜੀ। ਰਾਤੀ ਵੀ ਸਮਾਗਮ ਵਿੱਚ ਅਨਾਉਂਸਮੈਂਟ ਹੋਈ ਸੀਗੀ। ਬੋਲੀਏ ਤੇ ਚੁਪਹਿਰੇ ਤੇ ਆਵਾਜ਼ ਨਹੀਂ ਉਠਾ ਸਕਦੇ ਆ ਤੇ ਉਠਾਈਏ ਨਾ, ਆਵਾਜ਼ ਉਠਾਈਏ ਤੇ ਫਿਰ ਅਸੀਂ RSS ਦੇ ਹੋ ਜੰਨੇ ਆ ਜਾਂ ਅਸੀਂ ਕਾਂਗਰਸ ਦੇ ਹੋ ਜੰਨੇ ਆ। ਮਨਮਤਾਂ ਇੰਨੀਆਂ ਹੋ ਰਹੀਆਂ ਨੇ, ਕੁਛ ਕਹਿਣ ਦੀ ਹੱਦ ਨਹੀਂ। ਕੋਈ ਬੋਲ ਇਸ ਕਰਕੇ ਨਹੀਂ ਰਿਹਾ ਕਿਉਂਕਿ ਸਾਡੇ ਵਿੱਚ ਇੱਕ ਤੇ ਅਨਪੜ੍ਹਤਾ ਬੜੀ ਹੈ, ਇੱਕ ਜਿਹੜੇ ਆ ਬਾਬੇ ਦਲੀਲ। ਹਾਂ ਤੁਸੀਂ ਦਲੀਲ ਦੇਣੀ, ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਦਲੀਲ ਨਾਲ ਗੱਲ ਕੀਤੀ ਹੈ। ਅਸੀਂ ਗੁਰਬਾਣੀ ਦੀ ਮਤਲਬ ਮਹਾਰਾਜ ਦੇ ਅੱਗੇ ਦਲੀਲਾਂ ਦੇਣੀ ਸ਼ੁਰੂ ਕਰਤੀਆਂ। ਦੇਖੋ ਜੇ ਮੈਂ ਤੁਹਾਨੂੰ ਮਨਮਤੀਆਂ 'ਚ ਪਾਵਾਂਗਾ, ਕਰਮਕਾਂਡਾਂ 'ਚ ਪਾਵਾਂਗਾ, ਤੁਸੀਂ ਜਲਦੀ ਆਕਰਸ਼ਿਤ ਹੋਵੋਗੇ। ਜੇ ਮੈਂ ਤੁਹਾਨੂੰ ਸਿੱਧੀ ਗੱਲ ਕਰਨ ਦੀ ਕਹਾਂਗਾ, ਉਹ ਨਹੀਂ ਇਹ ਕਿੱਦਾਂ। ਜੇ ਹੁਣ ਜਿਹੜੇ ਸਾਧ ਲੋਕ ਨੇ ਇਹਨਾਂ ਕੋਲ ਕੀ ਹੈ, ਇਹਨਾਂ ਕੋਲ ਵੇ ਆਫ ਕਮਿਊਨੀਕੇਸ਼ਨ ਹੈ ਜੀ। ਇਹ ਸਿੱਧੇ ਲੋਕਾਂ ਨੂੰ ਨਾ ਬੁਲਾ ਕੇ ਭਰਮਾ ਕੇ ਤੇ ਇੱਕ ਮਤਲਬ ਭੁਲੇਖੇ 'ਚ ਪਾ ਦਿੰਦੇ ਨੇ। ਭੁਲੇਖੇ 'ਚ ਪਾਉਣਾ ਬੜਾ ਆਸਾਨ ਹੈ, ਭੁਲੇਖੇ 'ਚੋਂ ਕੱਢਣਾ ਬੜਾ ਮੁਸ਼ਕਿਲ। ਬਹੁਤ ਮੁਸ਼ਕਿਲ। ਤੁਸੀਂ ਕਾਂਗਰਸ ਦੇ ਸਿੱਖ ਵਿਰੋਧੀ ਹੋ ਜਾਓਗੇ, ਲੈ ਜੀ ਸਾਨੂੰ ਬਾਣੀ ਨਹੀਂ ਪੜ੍ਹਨ ਦਿੰਦੇ। ਤੁਹਾਨੂੰ ਬਾਣੀ ਪੜ੍ਹਨ ਤੋਂ ਕੌਣ ਰੋਕ ਲਿਆ? ਪਰ ਤੁਸੀਂ ਦੱਸੋ ਗੁਰੂ ਗ੍ਰੰਥ ਸਾਹਿਬ 'ਚ ਚੁਪਹਿਰਾ ਹੈ ਕਿੱਥੇ? ਜਪਜੀ ਹੈ ਨਾ ਗੁਰੂ ਗ੍ਰੰਥ ਸਾਹਿਬ, ਸੁਖਮਨੀ ਹੈ ਨਾ ਗੁਰੂ ਗ੍ਰੰਥ ਸਾਹਿਬ 'ਚ, ਬਾਕੀ ਸਾਰੀ ਬਾਣੀ ਹੈ ਨਾ। ਤੁਸੀਂ ਦਿਖਾ ਦਿਓ ਮੈਨੂੰ ਚੁਪਹਿਰਾ ਕਿੱਥੇ। ਔਰ ਇਹ 2-4 ਸਾਲਾਂ ਤੋਂ ਪ੍ਰਚਲਿਤ ਹੋਇਆ। ਔਰ ਇਹਦਾ ਮਤਲਬ ਕਿ ਤੁਸੀਂ ਅੱਛਾ ਤੁਸੀਂ ਮੈਨੂੰ ਜੀ ਤੇ ਤੁਸੀਂ ਦੁੱਖ ਭੰਜਨੀ ਬਾਣੀ ਦੇ, ਕਿਉਂਕਿ ਮੈਂ ਅੰਤਰੀ ਭਾਵ ਅਰਥ ਕਰਦਾ ਨਾ, ਤੁਸੀਂ ਦੁੱਖ ਭੰਜਨੀ ਬਾਣੀ ਦਾ ਅਰਥ ਕਰ ਸਕਦੇ ਹੋ। ਮੈਂ ਕਿਹਾ ਜੇ ਮਹਾਰਾਜ ਕਰਾਏਗਾ ਤਾਂ ਕਰ ਦੇਵਾਂਗਾ। ਲੈ ਆਓ ਤੁਸੀਂ ਬਾਣੀ। ਦੂਜੇ ਦਿਨ ਗੁਟਕਾ ਲੈ ਆਇਆ ਕਿ ਜੀ ਇਹ ਦੁੱਖ ਭੰਜਨੀ ਬਾਣੀ ਹੈ, ਇਹਦੇ ਮੈਨੂੰ ਅਰਥ ਚਾਹੀਦੇ ਆ। ਮੈਂ ਕਿਹਾ ਅੱਛਾ। ਮੈਂ ਕਿਹਾ ਹੁਣ ਤੁਸੀਂ ਉਹ ਬਾਣੀ ਲੈ ਕੇ ਆਓ ਜਿਹੜੀ ਦੁੱਖ ਭੰਜਨੀ ਨਹੀਂ ਹੈ। ਲਿਆਓ ਬਾਣੀ। ਕੋਈ ਐਸੀ ਬਾਣੀ ਹੈ ਜਿਹੜੀ ਦੁੱਖ ਭੰਜਨੀ ਨਹੀਂ ਹੈ? ਤੁਸੀਂ ਕਿਉਂ ਲੋਕਾਂ ਨੂੰ ਭੁਲੇਖੇ 'ਚ ਪਾ ਰਹੇ ਹੋ? ਸਾਰੀ ਬਾਣੀ ਹੀ ਦੁੱਖ ਭੰਜਨੀ ਹੈ। ਸਾਰੀ ਬਾਣੀ ਆ ਕੇ ਤੁਹਾਡੇ ਘਰ ਆ ਕੇ ਰੋਲ ਲਾ ਜਾਂਦਾ ਹੈ। ਹਾਂਜੀ ਠੀਕ ਹੈ ਜੀ ਜੀ। ਤੁਸੀਂ ਮੈਨੂੰ 25 ਪਾਉਂਡ ਦਿਓ ਹਾਂ ਤੇ ਮੈਨੂੰ ਕਹੋ ਕਿ ਤੂੰ ਜਾ ਕੇ ਰੋਟੀ ਖਾ ਲੈ ਤੇ ਰੱਜ ਮੈਂ ਜਾਵਾਂ। ਤੁਸੀਂ ਰੱਜ ਜਾਓਗੇ ਨਾ? ਜਾਂ ਮੈਂ ਤੁਹਾਨੂੰ 25 ਪਾਉਂਡ ਦੇਣਾ, ਤੁਸੀਂ ਜਾ ਕੇ ਆਈਸਕ੍ਰੀਮ ਦੇ ਕੇ ਜਾ ਸਕਦੇ ਹੋ। ਠੀਕ ਹੈ ਜੀ, ਮੇਰੀ ਦੁਨਿਆਵੀ ਪ੍ਰਾਪਤੀ ਹੈ ਜੀ। ਪਰ ਤੁਸੀਂ ਇਹ ਕਹਿ ਸਕਦੇ ਹੋ ਕਿ ਮੈਂ ਸੁਖਮਨੀ ਸਾਹਿਬ ਕਰਦੀ ਸੀ, ਮੈਨੂੰ ਕੰਠ ਹੋ ਗਿਆ। ਇਹ ਹੁਣ ਕੰਠ ਹੋਇਆ ਸੁਖਮਨੀ ਸਾਹਿਬ ਦਾ ਪਾਠ ਮੇਰੇ ਪੁੱਤਰ ਨੂੰ, ਮੇਰੇ ਇਦਾਂ ਹੀ ਹੋਊ ਬਗੈਰ ਪੜ੍ਹੇ ਉਹਨੂੰ ਕੰਠ ਹੋ ਜਾਏ? ਹੋ ਜਾਏਗਾ? ਬੜਾ ਵੱਡਾ ਸਵਾਲ ਹੈ। ਹੋ ਜਾਏਗਾ ਨਾ? ਕਦੀ ਵੀ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ USA ਚੈਨਲ। ਮੈਂ ਹਾਂ ਚਰਨਜੀਤ ਕੌਰ UK ਤੋਂ। ਅੱਜ ਬੜੀ ਮੁੱਦਤ ਦੇ ਬਾਅਦ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਬੜੇ ਹੀ ਪ੍ਰਚਲਿਤ ਵਿਦਵਾਨ, ਜਿਨ੍ਹਾਂ ਨੂੰ ਸਾਰੀ ਦੁਨੀਆ ਸੁਣਦੀ ਹੈ। ਰੇਡੀਓ ਤੇ ਵੀ ਆਪਾਂ ਇਹਨਾਂ ਨੂੰ ਸਰਵਨ ਕਰਦੇ ਹਾਂ, ਕਈ ਚੈਨਲ ਤੇ ਵੀ ਆਉਂਦੇ ਨੇ। ਪਰ ਅੱਜ ਪੰਜਾਬੀ ਵਿਰਾਸਤ ਦੇ ਖੇੜੇ ਅੱਜ ਇਹਨਾਂ ਦੇ ਨਾਲ ਸਾਡੀ ਮੁਲਾਕਾਤ ਹੋਈ ਹੈ ਤੇ ਅੱਜ ਸਾਡੇ ਚੈਨਲ ਤੇ ਆ ਰਹੇ ਨੇ ਸਾਡੇ ਬੜੇ ਹੀ ਸਤਿਕਾਰਯੋਗ ਡਾਕਟਰ ਗੁਰਦੀਪ ਸਿੰਘ ਜਗਵੀਰ ਜੀ। ਇਹਨਾਂ ਦੇ ਨਾਲ ਫਤਿਹ ਦੀ ਸਾਂਝ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੀ ਹਾਂ ਪੰਜਾਬੀ ਵਿਰਾਸਤ ਤੇ ਆਏ। ਸੋ ਡਾਕਟਰ ਗੁਰਦੀਪ ਸਿੰਘ ਜੀ ਨੂੰ ਦੁਨੀਆ ਜਾਣਦੀ ਹੈ, ਤਾਂ ਅੱਜ ਜਿਹੜਾ ਇਹ ਮਹਾਨ ਸਮਾਗਮ, ਪਹਿਲਾਂ ਮੈਂ ਤੁਹਾਡੇ ਬਾਰੇ ਤੁਹਾਡੇ ਬਾਰੇ ਜਾਣਨਾ ਚਾਹੁੰਦੀ ਹਾਂ ਕਿ ਤੁਸੀਂ ਇੰਗਲੈਂਡ ਵਿੱਚ ਕਦੋਂ ਆਏ ਤੇ ਤੁਸੀਂ ਪਿਛੋਕੜ ਤੁਸੀਂ ਕਿੱਥੋਂ ਤੇ ਹੋ? ਜੀ ਹਾਂਜੀ, ਮੈਂ ਪਿੱਛੋਂ ਦਿੱਲੀ ਤੋਂ ਆ, ਜਿਹੜੀ ਰਾਜਧਾਨੀ ਹੈ। ਹਾਂਜੀ। ਤੇ ਕਿਉਂਕਿ ਸਾਡੇ ਪਿਤਾ ਜੀ ਜਿਹੜੇ ਸਨ ਉਹ ਸਰਕਾਰੀ ਅਫਸਰ ਸਨ ਜੀ, ਉਹਨਾਂ ਦੀ ਟ੍ਰਾਂਸਫਰ ਦਿੱਲੀ ਹੋ ਗਈ। ਮੇਰਾ ਜਨਮ ਜਿਹੜਾ ਜਬਲਪੁਰ ਹੋਇਆ ਤੇ ਫਿਰ ਦਿੱਲੀ ਸਾਨੂੰ ਉਹਨਾਂ ਨੇ ਸਰਕਾਰੀ ਘਰ ਦੇ ਦਿੱਤਾ। ਅਸੀਂ ਫਿਰ ਉੱਥੇ ਫਿਰ ਮੇਰੀ ਦਿੱਲੀ ਪੜ੍ਹਾਈ ਹੋਈ ਸਾਰੀ। ਉੱਥੇ ਫਿਰ ਮੈਂ MA ਕੀਤੀ ਪੰਜਾਬੀ ਦੇ ਵਿੱਚ, ਫਿਰ ਫਿਲਾਸਫੀ ਦੇ ਵਿੱਚ, ਫਿਰ ਮੈਂ PhD ਕੀਤੀ। ਫਿਰ ਮੈਂ ਉੱਥੇ ਉੱਥੇ ਫਿਰ ਮੈਂ ਪੜ੍ਹਾਉਂਦਾ ਵੀ ਰਿਹਾ ਕਾਫੀ ਦੇਰ। ਤੇ ਫਿਰ ਉੱਥੇ ਰॉयट्स ਹੋ ਗਏ, ਜਿਹੜੇ ਰॉयट्स ਨਹੀਂ ਕਹਿ ਸਕਦੇ, ਸਿੱਖਾਂ ਦੀ ਨਸਲਕੁਸ਼ੀ ਕਹਿ ਸਕਦੇ ਹਾਂ। ਤੇ ਉਹ ਕਿਉਂਕਿ ਸਾਡਾ ਸਰਕਾਰੀ ਘਰ ਸੀ, ਇਸ ਕਰਕੇ ਸਾਡੇ ਤੱਕ ਨਹੀਂ ਪਹੁੰਚ ਸਕੇ, ਨਹੀਂ ਤੇ ਉਹਨਾਂ ਨੇ ਬੜੀ ਤਬਾਹੀ ਕੀਤੀ। ਉਹਨਾਂ ਦਿਨਾਂ ਦੇ ਵਿੱਚ ਜਿਹੜੀ ਸਾਡੀ ਕਾਲਜ ਦੀ ਮੈਨੇਜਮੈਂਟ ਸੀ ਉਹ ਕਾਂਗਰਸੀਆਂ ਦੀ ਸੀ ਤੇ ਉਹ ਕਾਂਗਰਸੀਆਂ ਨੇ ਮੈਨੂੰ, ਮਤਲਬ ਉਦੋਂ ਮੈਂ ਐਡਹੌਕ ਤੇ ਸੀਗਾ, ਉਹਨਾਂ ਨੇ ਕੱਢ ਦਿੱਤਾ ਕਾਲਜ ਦੇ ਵਿੱਚ ਮੈਨੂੰ, ਛੁੱਟੀ ਕਰਤੀ ਬਈ, ਕਿਉਂਕਿ ਉਹ ਕਾਂਗਰਸੀ ਸਨ ਤੇ ਅਸੀਂ ਕਾਂਗਰਸੀਆਂ ਦੇ ਨਾਲ ਫਿਰ ਮੈਂ ਬਣਾ ਨਹੀਂ ਸੀ ਸਕਦਾ, ਜਿਨ੍ਹਾਂ ਨੇ ਸਾਡੇ ਹਰਮੰਦਰ ਤੇ ਅਟੈਕ ਕੀਤਾ ਸੀ। ਤੇ ਉਸ ਤੋਂ ਬਾਅਦ ਸਾਡੇ ਪਿਤਾ ਜੀ ਇੱਥੇ ਆਏ ਸਨ ਪ੍ਰਚਾਰ ਦੌਰੇ ਤੇ ਇੰਗਲੈਂਡ, ਤੇ ਉਹ ਮੈਨੂੰ ਕਹਿੰਦੇ ਕਿ ਮਨ ਉਦਾਸ ਜਿਹਾ ਸੀ ਕਿਉਂਕਿ ਜੌਬ ਬੜੀ ਅੱਛੀ ਸੀ, ਲੈਕਚਰਰ ਸੀ ਮੈਂ ਯੂਨੀਵਰਸਿਟੀ ਦੇ ਵਿੱਚ,
ਤੇ ਮੈਨੂੰ ਮਤਲਬ ਮੇਰਾ ਸ਼ੌਂਕ ਵੀ ਸੀ ਕਿ ਮੈਂ ਪੜ੍ਹਾਵਾਂ। PhD ਵੀ ਮੈਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਕੀਤੀ ਹੈ, ਪਾਰਟਿਕੂਲਰਲੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਫਲਸਫੇ ਦੇ ਉੱਤੇ। ਠੀਕ ਹੈ ਤੇ ਉਹ ਪਿਤਾ ਜੀ ਕਹਿਣ ਲੱਗੇ ਕਿ ਤੂੰ ਸਾਰੀਆਂ ਗੱਲਾਂ ਭੁੱਲ ਇੱਥੇ ਆ ਜਾ। ਜੀ। ਫਿਰ ਇੱਥੇ ਆ ਗਏ, ਫਿਰ ਇੱਥੋਂ ਵਾਪਸ ਹੀ ਨਹੀਂ ਗਏ। ਮਤਲਬ ਫਿਰ ਤੁਸੀਂ ਇੱਥੇ ਹੀ ਹੋ ਫਿਰ ਗਏ। ਇੱਥੇ ਰਹੇ, ਫਿਰ ਇੱਥੇ ਮੈਂ ਫਿਰ ਉਹਨਾਂ ਦਿਨਾਂ 'ਚ ਕਥਾ ਕਰਦਾ ਹੁੰਦਾ ਸੀ। ਕਥਾ ਤੇ ਫਿਰ ਮੇਰਾ ਜੋ ਸਤਿਗੁਰ ਨੇ ਮੈਨੂੰ ਜੋ ਦਾਤ ਬਖਸ਼ੀ ਹੈ, ਮੈਨੂੰ ਬੜੀ ਉਹ ਆਪਣੇ ਸਤਿਗੁਰ ਦਾ ਕੋਟਾਨ-ਕੋਟ ਧੰਨਵਾਦ ਹੈ ਕਿ ਮੈਂ ਕਥਾ ਦੀ ਜਿਹੜੀ ਸੇਵਾ ਨਿਭਾਉਂਦਾ ਸੀ ਇੱਥੇ। ਜੀ। ਤੇ ਫਿਰ ਬਾਬਾ ਜੀ ਨੇ, ਸੰਤ ਬਾਬਾ ਅਮਰ ਸਿੰਘ ਜੀ ਨੇ, ਹਾਂਜੀ ਇਹਨਾਂ ਨੇ ਕਿਤੇ ਮੈਨੂੰ ਕਥਾ ਕਰਦੇ ਦੇਖ ਲਿਆ ਜੀ। ਤੇ ਉਹਨਾਂ ਨੇ ਫਿਰ ਅਮਰਜੀਤ ਸਿੰਘ ਉਹਨਾਂ ਨੂੰ ਭੇਜਿਆ ਕਿ ਉਸ ਬੰਦੇ ਨੂੰ ਬੁਲਾ ਕੇ ਲਿਆਓ। ਤੇ ਮੈਂ ਫਿਰ ਗਿਆ ਤੇ ਉਹ ਕਹਿੰਦੇ ਵੀ ਅਸੀਂ ਅਕੈਡਮੀ ਖੋਲ ਰਹੇ ਹਾਂ, ਮਤਲਬ ਸਕੂਲ ਖੋਲ ਰਹੇ ਹਾਂ ਜੀ ਜੀ ਤੇ ਤੁਸੀਂ ਇਸ ਸਕੂਲ ਦੇ ਵਿੱਚ ਧਰਮ, ਪੰਜਾਬੀ, ਮੈਂ ਕੰਪੈਰੀਟਿਵ ਰਿਲੀਜਨ ਦੇ ਉੱਤੇ ਵੀ PhD ਕੀਤੀ ਹੈ। ਸਾਰੇ ਧਰਮਾਂ ਨੂੰ ਮੈਂ ਪੜ੍ਹਿਆ ਹੈ। ਅੱਛਾ ਜੀ। ਹਾਂਜੀ, ਸਾਰੇ ਮੈਂ ਬੁੱਧਿਜ਼ਮ, ਜੂਡਿਜ਼ਮ, ਇਸਲਾਮ, ਕ੍ਰਿਸਚੈਨਿਟੀ, ਹਿੰਦੂਇਜ਼ਮ। ਇਹਨਾਂ ਸਾਰਿਆਂ ਦਾ ਨਿਚੋੜ ਕੀ ਹੈ ਮਤਲਬ ਅਕੋਰਡਿੰਗ ਟੂ ਸਿੱਖ ਧਰਮ ਨੂੰ ਲੈ ਕੇ? ਅਕੋਰਡਿੰਗ ਟੂ ਸਿੱਖ ਧਰਮ ਨਿਚੋੜ ਸਿਰਫ ਇੱਕੋ ਹੀ ਹੈ, ਹਾਂਜੀ। ਸਰਬ ਧਰਮ ਮੇਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪਨੇ ਰੋਲ। ਹਰ ਇੱਕ ਧਰਮ ਵਿੱਚ ਇਹ ਸੇਮ ਸਿਖਾਇਆ ਜਾਂਦਾ ਹੈ। ਹਾਂਜੀ, ਹਰ ਚ ਮੈਂ ਨਾ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਸੁਣਾਉਣਾ ਹਾਂਜੀ ਕਿ ਜਦੋਂ ਭੰਗਰਨਾਥ ਨੂੰ ਮਿਲੇ ਨਾ ਗੁਰੂ ਨਾਨਕ ਦੇਵ ਜੀ, ਜੀ ਤੇ ਗੁਰੂ ਨਾਨਕ ਦੇਵ ਜੀ ਨੇ ਭੰਗਰਨਾਥ ਨੂੰ ਕਿਹਾ ਕਿ ਰੱਬ ਤਾਂ ਇੱਕੋ ਹੀ ਹੈ, ਇਹ 'ਚ ਕੋਈ ਸ਼ੱਕ ਨਹੀਂ। ਕਹਿੰਦੇ ਬਿਲਕੁਲ ਇੱਕੋ ਹੀ ਰੱਬ, ਕੋਈ ਸ਼ੱਕ ਨਹੀਂ। ਕਹਿੰਦਾ ਜਦ ਰੱਬ ਇੱਕ ਹੈ ਤੇ ਤੁਸੀਂ ਰੱਬ ਦੇ ਬੰਦਿਆਂ ਨੂੰ ਜਾਤਾਂ 'ਚ ਕਿਉਂ ਵੰਡ ਦਿੱਤਾ? ਕਿਸੇ ਨੂੰ ਤੁਸੀਂ ਬਾਹਮਣ ਬਣਾਤਾ, ਕਿਸੇ ਨੂੰ ਸ਼ੂਦਰ, ਕਿਸੇ ਨੂੰ ਵੈਸ਼। ਉਹ ਕਹਿੰਦਾ ਕਿ ਮੈਂ ਆਪਣੇ ਸਨਾਤਨ ਤੋਂ ਜਾਂ ਆਪਣੇ ਧਰਮ ਤੋਂ ਬਾਹਰ ਨਹੀਂ ਜਾ ਸਕਦਾ, ਮੇਰੀ ਇੱਕ ਮਜਬੂਰੀ ਸਮਝ ਲਓ। ਇਹ ਉਹਨੇ ਕਿਹਾ। ਸਤਿਗੁਰੂ ਕਹਿਣ ਲੱਗੇ ਜੇ ਮੈਂ ਵੀ ਇਸ ਗੱਲ ਨੂੰ ਮਜਬੂਰੀ ਸਮਝ ਬੈਠਦਾ ਕਿ ਮੈਂ ਜਨੇਊ ਤੋਂ ਬਾਹਰ ਨਹੀਂ ਜਾ ਸਕਦਾ, ਤੇ ਫਿਰ ਮੈਂ ਲੋਕਾਂ ਨੂੰ ਕਿੱਦਾਂ ਦੱਸ ਸਕਦਾ ਕਿ ਜਨੇਊ ਨੇ ਤੁਹਾਡਾ ਨਹੀਂ ਤਾਰਨਾ? ਤਾਂ ਇਸ ਕਰਕੇ ਮਤਲਬ ਨਿਚੋੜ ਮੇਰਾ ਇਹੀ ਹੈ ਸਾਰੇ ਧਰਮਾਂ ਦੇ ਵਿੱਚ। ਲੇਕਿਨ ਮੈਂ ਇੰਨਾ ਕੁ ਜ਼ਰੂਰ ਕਹਿ ਸਕਦਾ, ਟੀਵੀ ਦੇ ਸਾਹਮਣੇ ਕਹਿ ਰਿਹਾ, ਦਾਅਵੇ ਨਾਲ ਕਹਿ ਰਿਹਾ, ਕਿਸੇ ਨੇ ਬਹਿਸ ਕਰਨੀ ਹੋਵੇ, ਮੈਂ ਕਈਆਂ ਨੂੰ ਚੈਲੰਜ ਵੀ ਕੀਤਾ ਹੈ, ਮੁਕਤੀ ਸਿਰਫ ਸਿੱਖ ਧਰਮ ਦੇ ਵਿੱਚ ਹੈ। ਅਗਰ ਕਿਸੇ ਨੂੰ ਮੁਕਤੀ ਪ੍ਰਾਪਤ ਕਰਨੀ ਹੈ ਤਾਂ ਹਾਂ ਹੋਏਗੀ ਹੋਰ ਧਰਮਾਂ 'ਚ ਮੁਕਤੀ, ਲੇਕਿਨ ਉਹ ਇਮੀਡੀਏਟ ਮੁਕਤੀ ਨਹੀਂ ਹੈ। ਮੁਕਤੀ ਸਿਰਫ ਸਿੱਖ ਧਰਮ ਦੇ ਵਿੱਚ। ਮੋਕਸ਼ ਸਿਰਫ ਜੇ ਅਕਾਲ ਪੁਰਖ ਦੇ ਚਰਨਾਂ 'ਚ ਤੁਹਾਨੂੰ ਈਜ਼ੀਲੀ ਨਿਵਾਸ ਚਾਹੀਦਾ ਤਾਂ ਉਹ ਸਿਰਫ ਤੇ ਸਿਰਫ ਗੁਰਬਾਣੀ ਦੇ ਰਾਹੀਂ, ਜੇ ਅਸੀਂ ਗੁਰਬਾਣੀ ਨੂੰ ਸਮਝ ਸਕੀਏ ਤਾਂ। ਮੈਂ ਦਾਅਵੇ ਨਾਲ ਕਹਿਣਾ, ਜਿੰਨੇ ਮੇਰੇ ਨਾਲ ਜਿੱਥੇ ਬਹਿਸ ਕਰਨੀ ਮੈਂ ਤਿਆਰ ਹਾਂ। ਕਿਉਂਕਿ ਸਿੱਖ ਧਰਮ ਵਿੱਚ ਵੀ ਅੱਜ ਕੱਲ੍ਹ ਬਹੁਤ ਜ਼ਿਆਦਾ ਗੱਦੀਆਂ ਲੱਗ ਚੁੱਕੀਆਂ ਨੇ, ਬਹੁਤ ਜਗ੍ਹਾ ਬਾਬੇ ਲੱਗ ਚੁੱਕੇ ਨੇ, ਚੌਂਕੀਆਂ ਦੇਣ ਵਾਲੀਆਂ ਬੀਬੀਆਂ ਆ ਗਈਆਂ ਨੇ। ਗਲਤ ਹੈ ਨਾ, ਗਲਤ ਹੈ ਨਾ, ਸਭ ਗਲਤ ਹੈ। ਸਭ ਚੌਂਕੀਆਂ ਬੀਬੀਆਂ ਜੋ ਕਰ ਰਹੇ ਨੇ, ਆ ਹੁਣ ਚੁਪਹਿਰਾ ਸ਼ੁਰੂ ਕਰਤਾ ਇਹਨਾਂ ਨੇ। ਜੀ ਜੀ, ਰਾਤੀ ਵੀ ਸਮਾਗਮ ਵਿੱਚ ਅਨਾਉਂਸਮੈਂਟ ਹੋਈ ਸੀਗੀ। ਅਸੀਂ ਬੋਲੀਏ ਤੇ ਚੁਪਹਿਰੇ ਤੇ ਆਵਾਜ਼ ਨਹੀਂ ਉਠਾ ਸਕਦੇ ਆ, ਉਠਾਈਏ ਨਾ, ਆਵਾਜ਼ ਉਠਾਈਏ ਤੇ ਫਿਰ ਅਸੀਂ RSS ਦੇ ਹੋ ਜਾਂਦੇ ਆ ਜਾਂ ਅਸੀਂ ਕਾਂਗਰਸ ਦੇ ਹੋ ਜਾਂਦੇ ਆ। ਕਿਉਂਕਿ ਜਦੋਂ ਤੁਸੀਂ ਸੱਚ ਦੀ ਆਵਾਜ਼ ਬੁਲੰਦ ਕਰੋਗੇ, ਤੁਹਾਡਾ ਕਿਤੇ ਨਾ ਕਿਤੇ ਰਿਸ਼ਤਾ ਜੋੜ ਦੇਣਗੇ ਵੀ ਇਹ ਤੇ RSS ਦੇ ਨੇ, ਦੇਖ ਲਾਣੇ ਨੇ ਜੀ। ਮਨਮਤਾਂ ਇੰਨੀਆਂ ਹੋ ਰਹੀਆਂ ਨੇ, ਕੁਛ ਕਹਿਣ ਦੀ ਹੱਦ ਨਹੀਂ। ਕੋਈ ਬੋਲ ਇਸ ਕਰਕੇ ਨਹੀਂ ਰਿਹਾ ਕਿਉਂਕਿ ਸਾਡੇ ਵਿੱਚ ਇੱਕ ਤੇ ਅਨਪੜ੍ਹਤਾ ਬੜੀ ਹੈ, ਇੱਕ ਜਿਹੜੇ ਆ ਬਾਬੇ ਦਲੀਲ। ਹਾਂ, ਤੁਸੀਂ ਦਲੀਲ ਦੇਣੀ, ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਦਲੀਲ ਨਾਲ ਗੱਲ ਕੀਤੀ ਹੈ। ਅਸੀਂ ਗੁਰਬਾਣੀ ਦੀ ਮਤਲਬ ਮਹਾਰਾਜ ਦੇ ਅੱਗੇ ਦਲੀਲਾਂ ਦੇਣੀ ਸ਼ੁਰੂ ਕਰਤੀਆਂ। ਮਤਲਬ ਹੁਣ ਦੇਖੋ ਨਾ, ਕੋਈ ਬਾਣੀ ਵਿਗਾੜ ਰਿਹਾ, ਕੋਈ ਇਤਿਹਾਸ ਵਿਗਾੜ ਰਿਹਾ, ਕਿਉਂਕਿ ਗੱਲ ਥੋੜੀ ਹੈ। ਤਾਂ ਸਾਡੀ ਜਿਹੜੀ ਗੱਲ ਚੱਲ ਰਹੀ ਸੀ, ਫਿਰ ਬਾਬਾ ਜੀ ਨੇ ਬੁਲਾਇਆ ਇੱਥੇ ਤੇ ਮੈਂ ਫਿਰ ਬਾਬਾ ਜੀ ਨੂੰ ਇਹੀ ਕਿਹਾ, ਮੈਂ ਕਿਹਾ ਮੈਂ ਬੱਚਿਆਂ ਨੂੰ ਪੜ੍ਹਾਵਾਂਗਾ ਪਰ ਮੈਂ ਵਹਿਮ ਨਹੀਂ ਪਾਵਾਂਗਾ। ਕਿਉਂਕਿ ਡੇਰਿਆਂ ਦੇ ਅਫਸਰ ਦੇਖਿਆ ਕਿ ਵਹਿਮ, ਭਰਮ, ਇੱਦਾਂ ਦੀ ਗੱਲਾਂ, ਮਨਮਤੀਆਂ, ਅਣਮਤੀਆਂ। ਉਹ ਕਹਿੰਦੇ ਜੀ ਤੁਹਾਨੂੰ ਖੁੱਲ੍ਹੀ ਛੁੱਟ ਹੈ, ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋ ਇਸ਼ਟ ਹੈ, ਜੋ ਸਿਧਾਂਤ ਹੈ, ਜੋ ਪੈਗਾਮ ਹੈ, ਉਹ ਤੁਸੀਂ ਪੜ੍ਹਾਓ। ਤੇ ਗੁਰੂ ਨਾਨਕ ਦਾ ਪੈਗਾਮ ਬਿਲਕੁਲ ਸਪਸ਼ਟ ਹੈ, ਬਿਲਕੁਲ ਸਿੱਧਾ ਹੈ, ਬਿਲਕੁਲ ਹੀ ਮਤਲਬ ਸੁਦੇ ਵੇਗ ਚਲੋ। ਤਾਂ ਉਹਦੇ 'ਚ ਕੋਈ ਵਲਸਲ ਨਹੀਂ, ਕੋਈ ਕਿਸੇ ਕਿਸਮ ਦੀ ਮਨਮਤੀ ਨਹੀਂ, ਕੋਈ ਹੁਣ ਦੇਖੋ ਜੇ ਮੈਂ ਤੁਹਾਨੂੰ ਮਨਮਤੀਆਂ 'ਚ ਪਾਵਾਂਗਾ, ਕਰਮਕਾਂਡਾਂ 'ਚ ਪਾਵਾਂਗਾ, ਤੁਸੀਂ ਜਲਦੀ ਆਕਰਸ਼ਿਤ ਹੋਵੋਗੇ। ਜੇ ਮੈਂ ਤੁਹਾਨੂੰ ਸਿੱਧੀ ਗੱਲ ਕਰਨ ਦੀ ਕਹਾਂਗਾ, ਉਹ ਨਹੀਂ ਇਹ ਕਿੱਦਾਂ। ਜੇ ਹੁਣ ਜਿਹੜੇ ਸਾਧ ਲੋਕ ਨੇ, ਇਹਨਾਂ ਕੋਲ ਕੀ ਹੈ, ਇਹਨਾਂ ਕੋਲ ਵੇ ਆਫ ਕਮਿਊਨੀਕੇਸ਼ਨ ਹੈ ਜੀ। ਇਹ ਸਿੱਧੇ ਲੋਕਾਂ ਨੂੰ ਨਾ ਬੁਲਾ ਕੇ ਭਰਮਾ ਕੇ ਤੇ ਇੱਕ ਬੰਦਾ ਭੁਲੇਖੇ 'ਚ ਪਾ ਦਿੰਦੇ ਨੇ। ਭੁਲੇਖੇ 'ਚ ਪਾਉਣਾ ਬੜਾ ਆਸਾਨ ਹੈ, ਭੁਲੇਖੇ 'ਚ ਕੱਢਣਾ ਬੜਾ ਮੁਸ਼ਕਿਲ, ਬਹੁਤ ਮੁਸ਼ਕਿਲ। ਹੁਣ ਸਾਡੇ ਸਤਿਗੁਰੂ ਨੇ ਭੁਲੇਖੇ ਹੀ ਤਾਂ ਤੋੜੇ ਨੇ, ਮਿੱਥਾਂ ਹੀ ਤਾਂ ਤੋੜੀਆਂ ਨੇ। ਹੁਣ ਇਸ ਤੋਂ ਵੱਡੀ ਮਿੱਥ ਕਿਹੜੀ ਹੋਏਗੀ ਕਿ ਜੇ ਤੁਸੀਂ ਮਗਰ ਜਾ ਕੇ ਮਰੇ ਤੇ ਖੋਤੇ ਦੀ ਜੂਨ ਪਾਓਗੇ, ਹਾਂਜੀ, ਤੇ ਜੇ ਤੁਸੀਂ ਕਾਸ਼ੀ ਮਰੇ ਤੇ ਤੁਸੀਂ ਮੋਕਸ਼ ਪ੍ਰਾਪਤ ਹੋਗੇ, ਜੰਨਤ। ਬਾਬਾ ਕਬੀਰ ਕਹਿੰਦੇ ਮੈਂ ਤੁਹਾਡੀ ਇਹ ਮਿੱਥ ਤੋੜਦਾ, ਮੈਂ ਉੱਥੇ ਹੀ ਜਾ ਕੇ ਮਰਾਂਗਾ ਜਿੱਥੇ ਤੁਸੀਂ ਕਹਿੰਦੇ ਹੋ। ਮੈਂ ਦੇਖਦਾ ਕਿ ਮੈਨੂੰ ਮੇਰਾ ਉਹ ਜਗ੍ਹਾ ਜਿੱਥੇ ਮੈਂ ਮਰਾਂਗਾ ਉਹ ਤਾਰੇਗੀ ਜਾਂ ਮੇਰੇ ਕਰਮ ਮੈਨੂੰ ਤਾਰਨਗੇ, ਤੁਹਾਨੂੰ ਤੁਹਾਡੇ ਕਰਮ ਹੀ। ਹੁਣ ਜਿਹੜੇ ਸਤਿਗੁਰ ਨੇ ਨਾ, ਸਾਨੂੰ ਸਵਾਏ ਕਰਮਾਂ ਦੇ ਹੋਰ ਕੋਈ ਗੱਲ ਸਮਝਾ। ਸਾਡਾ ਧਰਮ ਬੇਸਡ ਹੀ ਕਰਮ ਪ੍ਰਧਾਨ ਹੈ ਜੀ, ਇਹਦੇ ਉੱਤੇ ਹੈ ਹੀ ਸਿਰਫ ਕਰਮ। ਤੇ ਤੁਸੀਂ ਕਰਮ ਨੂੰ ਜੇ ਸਮਝ ਗਏ ਨਾ, ਦੋ ਕਿਸਮ ਦੇ ਕਰਮ ਨੇ, ਇੱਕ ਸ਼ੁਭ ਕਰਮ ਹੈ, ਇੱਕ ਦੁਸ਼ਕਰਮ ਹੈ, ਠੀਕ ਹੈ ਨਾ। ਤੇ ਸਾਡੇ ਸਤਿਗੁਰੂ ਨੇ ਕੀ ਕਿਹਾ, ਸ਼ੁਭ ਕਰਮ ਤੇ ਕਬੂ ਨਾ ਡਰੋ। ਲੇਕਿਨ ਜਦੋਂ ਸ਼ੁਭ ਕਰਮ ਕਰਨ ਦੀ ਵਾਰੀ ਆ ਜਾਂਦੀ ਹੈ, ਉਦੋਂ ਅਸੀਂ ਠਰ ਜਾਂਦੇ ਹਾਂ, ਉਦੋਂ ਅਸੀਂ ਪਰੇ ਹੋ ਜਾਂਦੇ ਹਾਂ, ਉਦੋਂ ਅਸੀਂ ਮਨਮਤੀਆਂ 'ਚ ਪੈ ਜਾਂਦੇ ਹਾਂ। ਹੁਣ ਦੇਖੋ ਕੋਈ ਮਨਾ ਨਹੀਂ ਕਰ ਰਿਹਾ, ਮਨਮਤੀਆਂ 'ਚ ਲੋਕੀ ਪਏ ਨੇ, ਪੈ ਰਹੇ ਨੇ, ਬਣੇ ਹੋਏ ਨੇ ਸਾਧ, ਠੀਕ ਹੈ। ਹਾਂ, ਮੈਂ ਆਪਣਾ ਇਸ ਗੱਲ ਮੈਂ ਤਸੱਲੀ ਜਾਂ
ਮੈਂ ਆਪਣਾ ਫਰਜ਼ ਭਾਵੇਂ ਰੇਡੀਓ ਤੇ ਬੈਠਾ ਭਾਵੇਂ ਟੈਲੀਵਿਜ਼ਨ ਤੇ ਭਾਵੇਂ ਇੱਥੇ ਜਿੱਥੇ ਮਰਜੀ ਮੈਂ ਆਪਣਾ ਗੁਰੂ ਕੋਲ ਡਰ ਕੇ ਆਪਣਾ ਫਰਜ਼ ਨਿਭਾਉਣਾ। ਕੋਈ ਕਾਂਗਰਸੀਆ ਕਵੇ, ਕੋਈ ਆਰਐਸਐਸ ਦਾ ਕਵੇ, ਕੋਈ ਝੂਠਾ ਪ੍ਰਚਾਰ ਕਰੇ, ਕੋਈ ਕੁਝ ਕਰੇ, ਮੈਂ ਨਹੀਂ ਕਿਸੇ ਦੇ ਖਿਲਾਫ ਕੋਈ ਬੋਲਣਾ। ਮੈਂ ਆਪਣੇ ਗੁਰੂ ਦੀ ਗੱਲ ਕਰਨੀ। ਕਿਉਂਕਿ ਜਦੋਂ ਪ੍ਰਚਾਰਕ ਸਟੇਜਾਂ ਤੇ ਨਸ਼ਿਆਂ ਤੋਂ ਸਾਨੂੰ ਰੋਕਦੇ ਨੇ, ਵਿਵਰਜਿਤ ਕਰਦੇ ਨੇ ਕਿ ਅਸੀਂ ਨਸ਼ਿਆਂ ਦਾ ਜਾਂ ਤੰਬਾਕੂ ਦਾ ਜਾਂ ਵੈਬਸ ਦਾ ਬਿਜ਼ਨਸ ਨਹੀਂ ਕਰ ਸਕਦੇ, ਕਾਰੋਬਾਰ ਨਹੀਂ ਕਰ ਸਕਦੇ ਹਾਂ, ਤਾਂ ਉੱਥੇ ਹੀ ਪ੍ਰਚਾਰਕਾਂ ਨੂੰ ਇਹ ਨਹੀਂ ਕਿਹਾ ਜਾਂਦਾ ਕਿ ਜਿਵੇਂ ਉਹਨਾਂ ਨੇ ਚੁਪਹਿਰੇ ਦੀ ਗੱਲ ਕੀਤੀ, ਆਪਾਂ ਉਹਨਾਂ ਨੂੰ ਕਹਿ ਨਹੀਂ ਸਕਦੇ ਕਿ ਜਦੋਂ ਤੁਸੀਂ ਸੰਗਤਾਂ ਨੂੰ ਕਿਸੇ ਚੀਜ਼ ਤੇ ਸੰਬੋਧਨ ਕਰਦੇ ਹੋ, ਕਹਿੰਦੇ ਹੋ, ਮਨਾ ਕਰਦੇ ਹੋ, ਤਾਂ ਉੱਥੇ ਤੁਸੀਂ ਇਹ ਨਹੀਂ ਕਿ ਤੁਸੀਂ ਚੁਪਹਿਰੇ ਦਾ ਇੱਕ ਨਵਾਂ ਤੁਸੀਂ ਜੇ ਮਨਾ ਕਰੋਗੇ ਤਾਂ ਬੇਨਤੀ ਹੈ ਤੁਸੀਂ ਆਰਐਸਐਸ ਦੇ ਹੋ ਜਾਓਗੇ, ਤੁਸੀਂ ਕਾਂਗਰਸ ਦੇ, ਤੁਸੀਂ ਸਿੱਖ ਵਿਰੋਧੀ ਹੋ ਜਾਓਗੇ। ਲੈ ਜੀ ਸਾਨੂੰ ਬਾਣੀ ਨਹੀਂ ਪੜ੍ਹਨ ਦਿੰਦੇ, ਤੁਹਾਨੂੰ ਬਾਣੀ ਪੜ੍ਹਨ ਤੋਂ ਕੌਣ ਰੋਕ ਰਿਹਾ? ਪਰ ਤੁਸੀਂ ਦੱਸੋ ਗੁਰੂ ਗ੍ਰੰਥ ਸਾਹਿਬ 'ਚ ਚੁਪਹਿਰਾ ਹੈ ਕਿੱਥੇ? ਜਪਜੀ ਹੈ ਨਾ ਗੁਰੂ ਗ੍ਰੰਥ ਸਾਹਿਬ, ਸੁਖਮਨੀ ਹੈ ਨਾ ਗੁਰੂ ਗ੍ਰੰਥ ਸਾਹਿਬ 'ਚ, ਬਾਕੀ ਸਾਰੀ ਬਾਣੀ ਹੈ ਨਾ। ਤੁਸੀਂ ਦਿਖਾ ਦਿਓ ਮੈਨੂੰ ਚੁਪਹਿਰਾ ਕਿੱਥੇ ਹੈ। ਔਰ ਇਹ 2-4 ਸਾਲਾਂ ਤੋਂ ਪ੍ਰਚਲਿਤ ਹੋਇਆ। ਔਰ ਇਹਦਾ ਮਤਲਬ ਕਿ ਤੁਸੀਂ ਅੱਛਾ ਤੁਸੀਂ ਮੈਨੂੰ ਦਿਖਾ ਦਿਓ ਦੁੱਖ ਭੰਜਨੀ ਦਾ ਗੁਟਕਾ ਬਣਾਇਆ ਗਿਆ, ਠੀਕ ਹੈ। ਮੇਰੇ ਕੋਲ ਇੱਕ ਬੰਦਾ ਆਇਆ, ਤੁਹਾਡੀ ਸੱਚਾਈ ਸੁਣਾ ਰਿਹਾ ਇਸੇ ਜਗ੍ਹਾ ਤੇ, ਹਾਂਜੀ, ਕਹਿੰਦਾ ਜੀ ਦੁੱਖ ਭੰਜਨੀ ਬਾਣੀ ਦਾ ਮੇਰੇ ਕੋਲ ਇੱਕ ਗੁਟਕਾ ਹੈ ਜੀ, ਤੇ ਤੁਸੀਂ ਦੁੱਖ ਭੰਜਨੀ ਬਾਣੀ ਦੇ, ਕਿਉਂਕਿ ਮੈਂ ਅੰਤਰੀ ਭਾਵ ਅਰਥ ਕਰਦਾ ਨਾ, ਤੁਸੀਂ ਦੁੱਖ ਭੰਜਨੀ ਬਾਣੀ ਦਾ ਅਰਥ ਕਰ ਸਕਦੇ ਹੋ? ਮੈਂ ਕਿਹਾ ਜੇ ਮਹਾਰਾਜ ਕਰਾਏਗਾ ਤਾਂ ਮੈਂ ਕਰ ਦਿਆਂਗਾ। ਲੈ ਆਓ ਤੁਸੀਂ ਬਾਣੀ। ਦੂਜੇ ਦਿਨ ਗੁਟਕਾ ਲੈ ਆਇਆ ਕਿ ਜੀ ਇਹ ਦੁੱਖ ਭੰਜਨੀ ਬਾਣੀ ਹੈ, ਇਹਦੇ ਮੈਨੂੰ ਅਰਥ ਚਾਹੀਦੇ ਆ। ਮੈਂ ਕਿਹਾ ਅੱਛਾ। ਮੈਂ ਕਿਹਾ ਹੁਣ ਤੁਸੀਂ ਉਹ ਬਾਣੀ ਲੈ ਕੇ ਆਓ ਜਿਹੜੀ ਦੁੱਖ ਭੰਜਨੀ ਨਹੀਂ ਹੈ। ਲਿਆਓ ਬਾਣੀ, ਕੋਈ ਐਸੀ ਬਾਣੀ ਹੈ ਜਿਹੜੀ ਦੁੱਖ ਭੰਜਨੀ ਨਹੀਂ ਹੈ? ਤੁਸੀਂ ਕਿਉਂ ਲੋਕਾਂ ਨੂੰ ਭੁਲੇਖੇ 'ਚ ਪਾ ਰਹੇ ਹੋ? ਸਾਰੀ ਬਾਣੀ ਹੀ ਦੁੱਖ ਭੰਜਨੀ ਹੈ, ਸਾਰੀ ਬਾਣੀ। ਉਹ ਕਹਿੰਦੇ ਜੀ ਆ ਪਾਰਟਿਕੂਲਰ ਬਾਣੀ ਦੁੱਖ ਭੰਜਨੀ ਹੈ। ਮੈਂ ਕਿਹਾ ਹੁਣ ਤੁਸੀਂ ਉਹ ਬਾਣੀ ਲਿਆਓ ਜਿਹੜੀ ਦੁੱਖ ਭੰਜਨੀ ਨਹੀਂ ਹੈ। ਫਿਰ ਆਇਆ ਕੋਈ ਸਾਹਮਣੇ? ਕੋਈ ਵੀ ਨਹੀਂ ਆਇਆ। ਕਿਸ ਤਰ੍ਹਾਂ ਕੋਈ ਹੈ ਬਾਣੀ ਦੁੱਖ ਭੰਜਨੀ? ਨਹੀਂ ਹੈ ਤਾਂ ਨਹੀਂ ਕੋਈ ਸਾਹਮਣੇ। ਸਾਰੀਆਂ ਬਾਣੀਆਂ ਗੱਲ ਇਹ ਕਿ ਸਾਨੂੰ ਭੁਲੇਖੇ 'ਚ ਅਸੀਂ ਬਾਣੀ ਆਪ ਨਹੀਂ ਪੜ੍ਹਦੇ, ਸਹਿਜ ਪਾਠ ਆਪ ਨਹੀਂ ਕਰਦੇ, ਬਾਣੀ ਆਪ ਨਹੀਂ ਪੜ੍ਹਦੇ, ਅਸੀਂ ਬਾਹਰੋਂ ਪੰਡਤਾਂ ਪਾਸੋਂ, ਮਾਫ ਕਰਨਾ, ਗ੍ਰੰਥੀਆਂ ਪਾਸੋਂ ਕਰਵਾਉਂਦੇ ਹਾਂ। ਅਰਦਾਸ ਅਸੀਂ ਆਪ ਨਹੀਂ ਕਰਦੇ, ਫਿਰ ਸਾਨੂੰ ਸੋਝੀ ਕਿਵੇਂ ਆਏਗੀ? ਤੁਸੀਂ ਗ੍ਰੰਥੀ ਨੂੰ 20 ਪਾਉਂਡ ਦਿੰਦੇ ਹੋ ਨਾ, 25 ਪਾਉਂਡ ਦਿੰਦੇ ਹੋ। ਹਾਂਜੀ। ਤਾਂ ਬਾਣੀ ਆ ਕੇ ਤੁਹਾਡੇ ਘਰ ਆ ਕੇ ਰੋਲ ਲਾ ਜਾਂਦਾ। ਹਾਂਜੀ, ਠੀਕ ਹੈ ਜੀ ਜੀ। ਤੁਸੀਂ ਮੈਨੂੰ 25 ਪਾਉਂਡ ਦਿਓ, ਹਾਂ, ਤੇ ਮੈਨੂੰ ਕਹੋ ਕਿ ਤੂੰ ਜਾ ਕੇ ਰੋਟੀ ਖਾ ਲੈ ਤੇ ਰੱਜ ਮੈਂ ਜਾਵਾਂ। ਤੁਸੀਂ ਰੱਜ ਜਾਓਗੇ? ਨਾ। ਜਾਂ ਮੈਂ ਤੁਹਾਨੂੰ 25 ਪਾਉਂਡ ਦੇਣਾ, ਤੁਸੀਂ ਜਾ ਕੇ ਆਈਸਕ੍ਰੀਮ, ਤੁਸੀਂ ਆਈਸਕ੍ਰੀਮ ਖਾਓ, ਮੈਂ ਤੁਹਾਨੂੰ ਪੈਸੇ ਦੇਣਾ, ਉਹ ਆਈਸਕ੍ਰੀਮ ਦਾ ਸਵਾਦ ਮੈਨੂੰ ਮਿਲ ਜਾਏਗਾ? ਜਾਂ ਤੁਸੀਂ ਮੈਨੂੰ ਕਹੋ ਕਿ ਚੱਲ ਬਈ ਤੂੰ ਪ੍ਰਚਾਰ ਅੱਗੇ ਸਾਡਾ ਤੇ ਤੇਰਾ ਹਾਰਟ ਦਾ ਆਪਰੇਸ਼ਨ ਹੋਣਾ ਹੈ, ਤੇ ਤੂੰ ਨਾ ਕਰਾ, ਤੇਰੀ ਜਗ੍ਹਾ ਮੈਂ ਕਰਾ ਲੈਣੀ ਆ, ਤੇ ਹਾਰਟ ਤੇਰਾ ਠੀਕ ਹੋ ਜਾਏਗਾ? सोचने वाली गल है, कभी हो जाएगा? देखो जिनको लगी प्यास अमृत से कल में गोविंद गाए जी, जिनको लगी देखो प्यास तो लगी है। हाँ जी। पानी तुसी ही पीओगे, ਤੁਹਾਡੇ ਬਿਹਾਫ ਤੇ ਮੈਂ ਪਾਣੀ ਨਹੀਂ ਪੀ ਸਕਦਾ। ਮੈਂ ਜਿਹੜਾ ਪਾਣੀ ਪੀਂਗਾ ਉਹ ਮੇਰੀ ਹੀ ਪਿਆਸ ਬੁਝਾਏਗਾ, ਤੁਹਾਡੀ ਪਿਆਸ ਨਹੀਂ ਬੁਝਾਏਗਾ ਪਾਣੀ, ਠੀਕ ਹੈ ਨਾ। ਤੇ ਇਸ ਤਰ੍ਹਾਂ ਬਾਣੀ ਤੁਸੀਂ ਪੜ੍ਹ ਲਓ, ਉਹਦਾ ਫਲ ਮੈਨੂੰ ਮਿਲ ਜਾਏ, ਇਹ ਕਿੱਦਾਂ ਹੋ ਸਕਦਾ? ਕਰਮ ਤੁਸੀਂ ਕਰੋ, ਉਹਦਾ ਫਲ ਇਹ ਨਹੀਂ। ਅੱਛਾ ਠੀਕ ਹੈ, ਤੁਸੀਂ ਆਪਣੀ ਪ੍ਰਾਪਰਟੀ ਬਣਾਈ ਹੈ, ਤੁਸੀਂ ਆਪਣੇ ਪੁੱਤਰਾਂ ਨੂੰ ਜਾ ਕੇ ਦੇ ਕੇ ਜਾ ਸਕਦੇ ਹੋ, ਠੀਕ ਹੈ ਜੀ, ਮੇਰੀ ਦੁਨਿਆਵੀ ਪ੍ਰਾਪਰਟੀ ਹੈ। ਪਰ ਤੁਸੀਂ ਇਹ ਕਹਿ ਸਕਦੇ ਹੋ ਕਿ ਮੈਂ ਸੁਖਮਨੀ ਸਾਹਿਬ ਕਰਦੀ ਸੀ, ਮੈਨੂੰ ਕੰਠ ਹੋ ਗਿਆ, ਇਹ ਹੁਣ ਕੰਠ ਹੋਇਆ ਸੁਖਮਨੀ ਸਾਹਿਬ ਦਾ ਪਾਠ, ਮੇਰੇ ਪੁੱਤਰ ਨੂੰ ਮੇਰੇ ਇਦਾਂ ਹੀ ਹੋਊਗਾ, ਬਗੈਰ ਪੜ੍ਹੇ ਉਹਨੂੰ ਕੰਠ ਹੋ ਜਾਏ, ਹੋ ਜਾਏਗਾ? बड़ा बड़ा सवाल है। हो जाएगा ना, कभी भी नहीं, कभी भी नहीं होएगा। ਤੁਸੀਂ ਵਿਰਾਸਤ ਚੋਰੀ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰ, ਇੱਥੇ ਜਿਹੜਾ ਤੁਸੀਂ ਕਾਜ ਸਵਾਰ ਰਹੇ ਹੋ ਨਾ, ਤੁਸੀਂ ਗੁਰਸਿੱਖ ਹੋ ਕੇ ਆਪਣ ਹੱਥੀ ਤੁਸੀਂ ਆਪਣਾ ਆਪੇ ਹੀ ਕਾਜ ਸਵਾਰਨਾ। ਇੱਥੇ ਹੋਰ ਕੋਈ ਗੁਰੂ ਸਿਰਫ ਤੁਹਾਨੂੰ ਦੱਸੇਗਾ ਕਿ ਤੁਸੀਂ ਆਪਣਾ ਕਾਜ ਕਿਵੇਂ ਸਵਾਰਨਾ, ਜੇ ਤੁਸੀਂ ਗੁਰੂ ਨੂੰ ਫਾਲੋ ਕਰ ਰਹੇ ਹੋ। ਮੈਂ ਇਸੇ ਕਰਕੇ ਕਹਿੰਦਾ ਨਾ, ਗੁਰੂ ਸਾਨੂੰ ਹਰ ਮਨਮਤ ਚੋਂ, ਹਰ ਅਨਮਤ ਚੋਂ, ਹਰ ਉਸ ਜਗ੍ਹਾ ਤੋਂ ਕੱਢ ਕੇ ਐਸੀ ਜਗ੍ਹਾ ਤੇ ਸਾਨੂੰ ਤੋੜ ਦਿੰਦਾ ਕਿ ਉਹੀ ਮੋਕਸ਼ ਦੀ ਪ੍ਰਾਪਤੀ, ਮੁਕਤੀ ਹੀ। ਦੇਖੋ ਤੁਸੀਂ ਪਾਠ ਕਰਦੇ ਹੋ ਨਾ, ਚੌਥੇ ਪਦ ਵਿੱਚ ਸੋ ਜਾਣ ਜੀ, ਗਤ ਪਾਏ 4 ਪਦ ਕਿਹੜੇ ਨੇ? ਹਾਂਜੀ, 4 ਪਦ ਮਾਇਆ ਦਾ ਨਾਲ ਜੋੜਦੇ ਨੇ, ਰਜੋ ਸਤੋ ਤਮੋ। ਚੌਥਾ ਪਦ ਕਿਹੜਾ? ਗੁਰੂ ਗ੍ਰੰਥ ਸਾਹਿਬ ਚ ਜ਼ਿਕਰ ਹੈ ਚੌਥੇ ਪਦ, ਚੌਥਾ ਪਦ ਤੁਰਿਆ ਪਦ, ਜਿਹੜਾ ਤੁਹਾਨੂੰ ਜਦੋਂ ਤੁਸੀਂ ਰਜੋ ਸਤੋ ਤਮੋ ਇਹਨਾਂ ਤੋਂ ਮੁਕਤ ਹੋ ਕੇ ਚੌਥੇ ਪਦ ਤੇ ਪਹੁੰਚ ਜਾਂਦੇ ਹੋ ਨਾ, ਤੁਰਿਆ ਪਦ, ਗੁਰੂ ਗ੍ਰੰਥ ਸਾਹਿਬ ਸਪਸ਼ਟ ਉਹ ਤੁਰਿਆ ਪਦ ਤੁਹਾਨੂੰ ਕੀ ਦੱਸਦਾ ਹੈ? ਤੁਰਿਆ ਪਦ ਦੇ ਵਿੱਚ ਤੁਸੀਂ ਮਾਇਆ ਦੇ ਵਿੱਚ ਰਹਿੰਦੇ ਹੋਏ ਮਾਇਆ ਤੋਂ ਨਿਰਲੇਪ ਹੋ ਜਾਂਦੇ ਹੋ ਜੀ, ਮਾਇਆ ਦੇ ਅਸਰ ਤੋਂ ਬੇਅਸਰ ਹੋ ਜਾਂਦੇ ਹੋ। ਹੁਣ ਮਾਇਆ ਦਾ ਅਸਰ ਕਿੱਥੇ ਹੈ? ਬਾਬਾ ਰਵਿਦਾਸ ਜੀ ਕਹਿੰਦੇ ਜਬ ਕਿਛ ਪਾਵਤ ਤਬ ਗਰਭ ਕਰਤਾ ਹੈ। ਕਿਉਂ? ਕਿਉਂਕਿ ਮਾਇਆ ਦਾ ਅਸਰ, ਮਾਇਆ ਦਾ ਅਸਰ ਆ ਗਿਆ, ਮਾਇਆ ਗਈ तो रोवन लगा था। क्यों रोए ਤੁਸੀਂ? ਕਿਉਂਕਿ ਮਾਇਆ ਦਾ ਅਸਰ। ਦੋਨੋਂ ਹੀ ਹਾਲਾਤਾਂ 'ਚ ਮਾਇਆ ਰਵਾਉਂਦੀ ਹੈ, ਮਾਇਆ ਰਵਾਏ ਨਾ, ਕਿਉਂਕਿ ਮਾਇਆ ਦਾ ਅਸਰ। ਜੇ ਮਾਇਆ ਦਾ ਅਸਰ ਨਾ ਹੁੰਦਾ ਚਲੀ ਜਾਂਦੀ ਮਾਇਆ, ਤੁਹਾਨੂੰ ਕੋਈ ਨਹੀਂ ਸੀ, ਸੁੱਖ ਦੁੱਖ ਦੋਨੋਂ ਸਭ ਕਰ ਜਾਣੇ, ਅੱਜ ਹੈ ਕੱਲ ਨਹੀਂ ਹੈ, ਆ ਜਾਂਦੀ ਮਾਇਆ, ਕੋਈ ਗੱਲ ਨਹੀਂ। ਮਤਲਬ ਜੇ ਤੁਸੀਂ
ਸਮ ਦਾ ਮਤਲਬ ਸਮਾਨ, ਸੁੱਖ ਦੁੱਖ ਦੋਨੋਂ ਸਮ ਕਰ ਜਾਣੇ। ਔਰ ਮਾਨ ਅਪਮਾਨ, ਮਾਨ ਵੀ ਹੋਏਗਾ ਅਪਮਾਨ ਵੀ ਹੋਏਗਾ, ਲੇਕਿਨ ਕੀ ਹੋਏਗਾ ਕਿ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਨਿੰਦੇ ਤਾਂ ਛੋੜ ਨਾ ਜਾਏ। ਲੋਕ ਤਾਂ ਸਲਾਹਣਗੇ ਵੀ, ਰੰਗ ਹੱਸੇ ਰੰਗ ਰੋਵੇ ਰੰਗ ਚੁੱਪ ਵੀ ਕਰ ਜਾਏ, ਪਰਵਾਹ ਨਹੀਂ ਕਿਸੇ ਕੀ ਬਾਜ ਸੱਚ ਮੈਂ। ਲੋਕਾਂ ਦਾ ਕੀ ਹੈ, ਇਹ ਤਾਂ ਰੰਗ ਹੱਸਣਗੇ ਚੁੱਪ ਵੀ ਕਰ ਜਾਣਗੇ। ਅਸੀਂ ਆਪਣੇ ਗੁਰੂ ਦੇ ਮਸਤ ਰਹਿਣਾ ਔਰ ਗੁਰੂ ਦੇ ਲੜ ਲੱਗ ਕੇ ਰਹਿਣਾ, ਗੁਰੂ ਦੇ ਰਾਹ ਤੇ ਚੱਲਣਾ। ਬਿਲਕੁਲ ਜੀ, ਬੜੀ ਸੋਹਣੀ ਗੁਰਮਤਿ ਵਿਚਾਰਾਂ ਤੁਹਾਡੇ ਨਾਲ ਹੋਈਆਂ ਨੇ। ਦਿਲ ਨਹੀਂ ਕਰਦਾ ਪਰ ਇਸ ਅਕੈਡਮੀ ਦੇ ਬਾਰੇ ਜਿਹੜੇ ਕਿ ਪਿਛਲੇ ਸਾਲਾਂ ਤੋਂ ਤੁਸੀਂ ਇੱਥੇ ਅਕੈਡਮੀ 'ਚ ਐਜ਼ ਅ ਪ੍ਰੋਫੈਸਰ ਟੀਚਰ ਬੱਚਿਆਂ ਨੂੰ ਪੜ੍ਹਾਉਂਦੇ ਗਏ, ਉਹਦੇ ਬਾਰੇ ਥੋੜਾ ਜਿਹਾ ਸਾਡੀ ਸੰਗਤਾਂ ਦਾ ਚਾਨਣਾ। ਮੇਰਾ ਜਿਹੜਾ ਟੌਪਿਕ ਸੀ ਨਾ ਪੰਜਾਬੀ ਭਾਸ਼ਾ ਸੀ ਜੀ, ਤੇ ਦੂਸਰਾ ਮੇਰਾ ਸੀ ਕੰਪੈਰੀਟਿਵ ਰਿਲੀਜਨ ਜੀ। ਦੋ ਮੈਂ ਪੜ੍ਹਾਉਂਦਾ ਸੀਗਾ ਇੱਥੇ। ਤੇ ਜਿੱਥੋਂ ਤੱਕ ਮੈਂ ਇੱਥੇ ਦੇਖਿਆ ਕਿ ਬੱਚਿਆਂ ਦਾ, ਬੱਚੇ ਬੜੇ ਇਨੋਸੈਂਟ ਨੇ ਜੀ। ਥੋੜੇ ਜਿਹੇ ਮਾਂ-ਬਾਪ ਨੂੰ ਵੀ ਚਾਹੀਦਾ ਹੈ। ਹੁਣ ਮਾਂ-ਬਾਪ ਜਿਹੜੇ ਸਾਡੇ ਕੋਲ ਆ ਜਾਂਦੇ ਨੇ ਕਿ ਤੁਸੀਂ ਸਾਡੇ ਬੱਚੇ ਨੂੰ ਪੰਜਾਬੀ ਨਹੀਂ ਪੜ੍ਹਾਉਂਦੇ ਜਾਂ ਇਦਾਂ ਸ਼ਿਕਾਇਤ ਲੈ ਕੇ, ਮਾਂ-ਬਾਪ ਖੁਦ ਘਰ ਵਿੱਚ ਪੰਜਾਬੀ ਨਹੀਂ ਬੋਲਦੇ। ਜਿਹੜੇ ਅੱਜ ਦੇ ਮਾਡਰਨ ਮਾਂ-ਬਾਪ, ਹੁਣ ਕੀ ਕਰ ਸਕਦੇ ਹਾਂ ਅਸੀਂ? ਤੁਸੀਂ ਦੇਖੋ ਜਿੱਦਾਂ ਚੈਰਿਟੀ ਘਰੋਂ ਸ਼ੁਰੂ ਹੁੰਦੀ ਨਾ, ਮੈਂ ਕਹਿੰਦਾ ਧਰਮ ਵੀ ਘਰੋਂ ਸ਼ੁਰੂ ਹੁੰਦਾ। ਹੁਣ ਤੁਸੀਂ ਮਹਾਰਾਜ ਦੇ ਜੋ ਸਰੂਪ ਦਿੱਤਾ ਹੈ, ਉਸ ਸਰੂਪ ਦੇ ਵਿੱਚ ਹੁਣ ਤੁਹਾਡੇ ਸਰੂਪ ਨੂੰ ਦੇਖ ਕੇ ਹਰ ਕਿਸੇ ਦੇ ਮਨ 'ਚ ਕੀ ਖਿਆਲ ਆਏਗਾ? ਇੱਕ ਗੁਰਸਿੱਖੀ ਦੀ ਰੂਪ ਰੇਖਾ, ਇੱਕ ਸਿਧਾਂਤ। ਤੇ ਮੈਨੂੰ ਮਾਫੀ ਦਿਓ ਜੇ ਭੈਣ ਹੋ ਮੇਰੀ, ਤੁਹਾਡੇ ਵੱਲ ਕੋਈ ਬੁਰੀ ਨਜ਼ਰ ਨਹੀਂ ਪਾਏਗਾ, ਕਦੀ ਵੀ ਨਹੀਂ ਪਾਏਗਾ। ਤੇ ਹੁਣ ਜੇ ਤੁਰੇ ਹੀ ਤੁਸੀਂ ਹੁਣ ਜਿਹੜੇ ਕੱਪੜੇ ਪਾ ਕੇ, ਉਹ ਮੈਨੂੰ ਮਾਫੀ ਦਿਓ ਜੇ ਅੱਧੇ ਥੱਲੋਂ ਗੋਡਿਆਂ ਤੋਂ ਪਾਟੇ ਹੋਏ ਨੇ ਤੇ ਉੱਪਰੋਂ ਪਟੇ ਲਟਾਏ, ਮਤਲਬ ਹੁਣ ਗੁਰਸਿੱਖ ਬੀਬੀਆਂ ਬਿਊਟੀ ਪਾਰਲਰ ਤੇ ਜਾਂਦੀਆਂ ਪਈਆਂ ਨੇ, ਹੁਣ ਕੀ ਕਰ ਸਕਦੇ ਪਏ? ਕੁਝ ਨਹੀਂ ਕਰ ਸਕਦੇ। ਹੁਣ ਸਿੱਖਾਂ ਦੇ ਘਰ ਜਨਮ ਲੈ ਕੇ ਵੀ ਜੇ ਸਿੱਖਾਂ ਵਾਲੇ ਕੰਮ ਨਹੀਂ ਕਰਨੇ ਅਸੀਂ, ਮਤਲਬ ਇੱਕ ਤੇ ਤੁਹਾਨੂੰ ਜ਼ਮੀਨ ਮਿਲੇ ਪੱਧਰੀ, ਠੀਕ ਹੈ, ਤੁਸੀਂ ਚੁੱਪ ਕਰਕੇ ਬੀ ਸਕੋ। ਇੱਕ ਤੁਹਾਨੂੰ ਪੱਧਰੀ ਜ਼ਮੀਨ ਮਿਲੇ, ਉਹਨੂੰ ਤੁਸੀਂ ਉੱਪੜ ਖਬੜ ਕਰ ਦਿਓ ਤੇ ਤੁਹਾਡੇ ਤੋਂ ਵੱਡਾ ਤਾਂ ਗੁਨਾਹਗਾਰ ਹੀ ਕੋਈ ਨਹੀਂ। ਸਾਨੂੰ ਸਿੱਖੀ ਦੇ ਵਿੱਚ ਪੱਧਰੀ ਜ਼ਮੀਨ ਤੱਕ ਆਇਆ ਸਾਧ ਕੇ ਵਿੱਚ ਦੇਹ ਕਰਤਾ ਵੀ ਤੁਹਾਨੂੰ ਇੱਕ ਪੱਧਰੀ ਜ਼ਮੀਨ ਮਿਲੀ, ਸਿੱਖੀ ਦੀ ਜ਼ਮੀਨ ਮਿਲੀ ਹੈ। ਸਾਡੇ ਭਾਗ ਸਾਨੂੰ ਸਿੱਖ ਦੇ ਘਰ ਸਤਿਗੁਰੂ ਨੇ ਜਨਮ ਦਿੱਤਾ। ਅੱਗੋਂ ਅਸੀਂ ਰੂਪ ਹੀ ਵਿਗਾੜ ਲਏ, ਆਪਣੀ ਸ਼ਕਲਾਂ ਹੀ ਵਿਗਾੜ ਲਈਆਂ। ਅੱਗੋਂ ਮਤਲਬ ਜੋ ਮਹਾਰਾਜ ਨੇ ਸਾਨੂੰ ਰੂਪ ਦਿੱਤਾ ਹੈ, ਮਤਲਬ ਹੁਣ ਮਹਾਰਾਜ ਸਵਾਲ ਤਾਂ ਕਰੇਗਾ ਨਾ, ਮੈਂ ਜਿਹੜਾ ਤੁਹਾਨੂੰ ਰੂਪ ਦਿੱਤਾ ਸੀ ਉਸ ਰੂਪ ਨੂੰ ਤੁਸੀਂ ਸਵਾਰ ਕੇ ਕਿਉਂ ਨਹੀਂ ਕਾਇਮ ਕਿਉਂ ਨਹੀਂ ਰੱਖਿਆ? ਠੀਕ ਹੈ ਨਾ, ਤੇ ਕੀ ਜਵਾਬ ਹੈ ਸਾਡੇ ਕੋਲ? बिल्कुल गुरु अमरदास जी पूछ के भी गए ना, ये शरीर मेरा इस जग में आए कि क्या तुद कर्म कमाया, कर्म कमाया तुद शरीर। हाँ जी, हाँ जी, हाँ जी। ਤੇ ਅੱਗੇ ਗੱਲ ਪੜੋ ਨਾ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮੰਨਾ। ਰਚਨ ਕਿਨੇ ਰਚਿਆ? ਸਾਡਾ ਅਕਾਲ ਪੁਰਖ ਨੇ ਰਚਿਆ। ਉਸ ਰਚਨ ਵਾਲੇ ਨੂੰ ਅਸੀਂ ਮਨ 'ਚ ਨਹੀਂ ਵਸਾ ਸਕਦੇ। ਤੇ ਮੈਨੂੰ ਨਹੀਂ ਸਮਝ ਲੱਗਦੀ ਵੀ ਮਤਲਬ ਹਜੇ ਤਾਂ ਅਸੀਂ ਸ਼ੁਰੂ ਹੀ ਨਹੀਂ ਕੀਤੀ ਭੈਣ ਜੀ। ਹਾਲੇ ਤੇ ਖੇਡ ਸ਼ੁਰੂ ਹੀ ਨਹੀਂ ਕੀਤੀ ਹੈ, ਮੈਦਾਨ 'ਚ ਕਦਮ ਹੀ ਨਹੀਂ ਪਟਿਆ, ਤੁਰਨਾ ਹੀ ਸ਼ੁਰੂ ਨਹੀਂ ਕੀਤਾ। ਜੀ ਜੀ, ਹਲੇ ਤੁਸੀਂ ਪਹਿਲੇ ਸਟੈਪ ਤੇ ਬੈਠੇ ਹੋ, ਹਲੇ ਤਾਂ ਘਰੋਂ ਨਿਕਲੇ ਹੀ ਨਹੀਂ ਤੁਸੀਂ। ਠੀਕ ਹੈ ਨਾ, ਹਲੇ ਕਦੋਂ ਅੱਗੇ ਵਧੋਗੇ? ਘਰੋਂ ਨਿਕਲੇ ਨਹੀਂ ਆ ਪਰ ਰਾਹ ਗਵਾਚ ਬੈਠੇ ਆ, ਰਾਹ ਸਾਡੇ ਕੋਲ ਗੁੰਮ ਹੋਏ ਪਏ ਨੇ। ਘਰੋਂ ਨਿਕਲੋਗੇ ਤਾਂ ਰਾਹ ਮਿਲੇਗਾ ਨਾ। ਹਾਂਜੀ, ਜਬ ਲਗ ਦੁਨੀਆ ਰਹੀ ਹੈ ਨਾਨਕ। ਤੇ ਫਿਰ ਬਾਬਾ ਫਰੀਦ ਕਹਿੰਦੇ ਨਾ, ਮਤ ਕੋਈ ਬਖਸ਼ਿਆ ਮਿਲ ਜਾਏ, ਤੂੰ ਵੀ ਬਖਸ਼ਿਆ ਜਾਏ। ਮਤਲਬ ਬਾਹਰੋਂ ਘਰੋਂ ਨਿਕਲਣਾ, ਸ਼ਾਇਦ ਕੋਈ ਬਖਸ਼ਿਆ ਮਿਲ ਜਾਵੇ, ਤੂੰ ਘਰੋਂ ਹੀ ਨਹੀਂ ਨਿਕਲੇ। ਤੇ ਹੁਣ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕਟਾਖ ਕਰਦੇ ਨੇ, ਬੜਾ ਜ਼ਬਰਦਸਤ ਵਿਅੰਗ ਕਰਦੇ ਨੇ। ਗੁਰੂ ਕਹਿੰਦੇ ਨੇ, ਕਬਹੂ ਰਣ ਜੂਝਿਓ ਨਹੀਂ, ਕੁਛ ਦੇ ਜਸ ਨਹੀਂ ਰਹੀ। ਕਦੀ ਰਣ ਦੇ ਮੈਦਾਨ ਦੇ ਵਿੱਚ ਜੂਝਿਆ ਨਹੀਂ, ਕੁਝ ਆਪਣੀ ਦੇਹੀ ਦਾ ਜਸ ਨਹੀਂ ਖੱਟਿਆ, ਕਦੀ ਇਸ ਦੇਹੀ ਨੂੰ, ਕਦੀ ਬਾਣੀ ਵਾਲੇ। ਕਬਹੂ ਰਣ ਜੂਝਿਓ ਨਹੀਂ, ਕੁਛ ਦੇਹ ਜਸ ਨਹੀਂ ਲੀਨ, ਗਾਮ ਬਸਤ ਜਾਣਿਓ ਨਹੀਂ। ਕੋਈ ਸੋਸ਼ਲ ਵਰਕ ਨਹੀਂ ਕੀਤਾ, ਜਿਸ ਪਿੰਡ ਦੇ ਵਿੱਚ ਰਹਿੰਦੇ ਰਹੇ ਕਿਸੇ ਦੀ ਸੇਵਾ ਨਹੀਂ ਕੀਤੀ, ਪਿੰਡ ਦੇ ਵਿੱਚ ਕਿਸੇ ਨੂੰ ਜਾਣਿਆ ਹੀ ਨਹੀਂ। ਹੁਣ ਵਿਅੰਗ ਕੀ ਕਰਦੇ ਨੇ ਸਤਿਗੁਰੂ ਕਿ ਗਾਮ ਬਸਤ ਜਾਣਿਓ ਨਹੀਂ, ਜਮ ਸਿਉ ਕਿਨ ਕਹਿ ਦੀ। ਕਹਿੰਦੇ ਜਦੋਂ ਜਮ ਤੈਨੂੰ ਲੈਣ ਆਏ ਨਾ, ਜੰਮਾ ਨੂੰ ਤੇਰੇ ਘਰ ਦਾ ਰਸਤਾ ਕਿਹਨੇ ਦੱਸ ਦਿੱਤਾ? ਤੂੰ ਤੇ ਕਿਸੇ ਨੂੰ ਜਾਣਦਾ ਹੀ ਨਹੀਂ ਸੀ। ਵਿਅੰਗ ਹੈ ਨਾ, ਬਿਲਕੁਲ ਬਿਲਕੁਲ, ਬੜਾ ਜ਼ਬਰਦਸਤ ਵਿਅੰਗ ਹੈ। ਜਬ ਤੱਕ ਦੁਨੀਆ ਰਹੀ ਹੈ ਨਾਨਕ, ਕਿ ਸੁਣੀਏ ਕਿਸ ਕੀ। ਤੁਸੀਂ ਦੁਨੀਆ ਦੇ ਵਿੱਚ ਬੋਲੋ, ਲੇਕਿਨ ਬੋਲੋ ਕਿਹਦੇ ਨਾਲ? ਜਦੋਂ ਮਿਲੇ ਸੰਤ ਮਿਲੇ, ਠੀਕ ਹੈ ਨਾ। ਜੇ ਨਹੀਂ ਸੰਤ ਮਿਲੇ ਤਾਂ ਚੁੱਪ ਕਰ ਪਈ, ਮਿਲੇ ਸੰਤ ਕਿ ਸੁਣੀ। ਜਦੋਂ ਤੁਹਾਡੀ ਗੱਲ ਨੂੰ ਕੋਈ ਸਮਝਣ ਵਾਲਾ ਹੋ, ਜਦੋਂ ਸਤਿਗੁਰ ਕਹਿੰਦੇ ਨਾ, ਗੁਣ ਕਾ ਗਾਹਕ ਜੇ ਮਿਲੇ ਤੋ ਗੁਣ ਗੁਣ ਕਾ ਗਾਹਕ ਜੇ ਮਿਲੇ ਤੋ ਗੁਣ ਲਾਖ ਵਿਕਾਈ। ਜੇ ਗੁਣ ਦਾ ਗਾਹਕ ਮਿਲ ਜਾਏ ਨਾ, ਬਿਨ ਗੁਣ ਗਾਹਕ ਵੇਚੀਏ ਤੋ ਗੁਣ ਸਹਿਗੇ। ਜੇ ਬਗੈਰ ਗੁਣ ਦੇ ਤੁਸੀਂ ਮੇਰੇ ਕੋਲ ਪੁੱਛੋਗੇ, ਮੈਂ ਤੁਹਾਨੂੰ ਨਹੀਂ ਦੱਸਾਂਗਾ ਕਿ ਮੈਂ ਗੁਨਾਹਗਾਰ ਹਾਂ। ਜੇ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਫੋਲੋ ਨਹੀਂ ਕਰੋਗੇ, ਤੁਸੀਂ ਗੁਨਾਹਗਾਰ। ਪਰ ਤੁਸੀਂ ਮੇਰੇ ਕੋਲ ਪੁੱਛਣਾ ਨਹੀਂ ਚਾਹ ਰਹੇ, ਮੈਂ ਤੁਹਾਨੂੰ ਦੱਸ ਕੇ ਤੁਸੀਂ ਗਾਹਕ ਨਹੀਂ ਹੈਗੇ, ਤੇ ਮੈਂ ਕਾਹਦੇ ਲਈ ਦੱਸਾਂ? ਮੇਰੇ ਕੋਲ ਆ ਜਿਹੜੇ ਆਏ ਇੱਕ ਆ ਜਿਹੜੇ ਹੁੰਦੇ ਨਾ ਆਪਣੇ ਧਰਮ ਦਾ ਘਰਾਂ ਘਰਾਂ 'ਚ ਪ੍ਰਚਾਰ ਕਰਦੇ, ਮੈਂ ਗਿਆ ਸੀਗਾ ਕਿਸੇ ਯੂਰਪ ਦੇ ਮੁਲਕ 'ਚ, ਤੇ ਉਹ ਆਪਣੇ ਬੱਚੇ ਉਹਨਾਂ ਨੇ ਬਣਾ ਲਏ। ਕਹਿੰਦੇ ਜੀ ਬੜੇ ਪਰੇਸ਼ਾਨ ਕਰਦੇ ਨੇ, ਸਾਡਾ ਦਰਵਾਜ਼ਾ ਖੜਕਾਉਂਦੇ ਨੇ ਕਿ ਜੀ ਸਾਡਾ ਧਰਮ ਸਭ ਤੋਂ ਵਧੀਆ ਹੈ, ਤੁਸੀਂ ਇਹਨਾਂ ਨੂੰ ਕਨਵਿੰਸ ਕਰ ਸਕਦੇ ਹੋ? ਮੈਂ ਕਿਹਾ ਹਾਂ, ਮੈਂ ਇਹਨਾਂ ਨੂੰ ਕਨਵਿੰਸ ਕਰ ਸਕਦਾ, ਪਰ ਮੈਂ ਮੁਫਤ ਨਹੀਂ ਕਰਾਂਗਾ, ਮੈਂ ਫ੍ਰੀ ਨਹੀਂ ਕਰਾਂਗਾ। ਕਹਿੰਦੇ ਕੀ ਮਤਲਬ? ਮੈਂ ਕਿਹਾ ਮੇਰਾ ਮੁਫਤ ਮੈਂ ਪੈਸੇ ਨਹੀਂ ਮੰਗਦਾ, 5 ਬੰਦੇ ਭਾਲੋ ਜਿਹੜੇ ਫੈਸਲਾ ਕਰਨਗੇ,
ਜੇ ਤੇ ਮੈਨੂੰ ਇਹ ਕਨਵਿੰਸ ਕਰ ਲੈਣ ਜੀ ਕਿ ਇਹਨਾਂ ਦਾ ਧਰਮ ਚੰਗਾ ਹੈ ਜੀ, ਸਾਡੇ ਨਾਲ ਜੀ, ਸਿੱਖ ਧਰਮ ਜੀ, ਜੀ। ਦਾ, ਮੈਂ ਕਿਰਪਾਨ ਉਤਾਰ ਦਿਆਂਗਾ। ਮੈਂ ਤੁਹਾਡਾ ਧਰਮ ਕਿ ਮੈਨੂੰ ਤਾਂ ਮੁਕਤੀ ਚਾਹੀਦੀ ਹੈ, ਹਾਂ ਮੈਂ ਕੀ ਲੈਣਾ ਜੇ ਮੈਨੂੰ ਕਨਵਿੰਸ ਕਰ ਲੈਣ। ਜੀ ਪਰ ਜੇ ਮੈਨੂੰ ਨਾ ਕਨਵਿੰਸ ਕਰ ਸਕੇ, ਮੈਂ ਇਹਨਾਂ ਨੂੰ ਕਨਵਿੰਸ ਕਰ ਲਿਆ ਕਿ ਮੁਕਤੀ ਸਿਰਫ ਤੇ ਸਿਰਫ ਸਿੱਖ ਧਰਮ ਦੇ ਵਿੱਚ ਹੈ, ਇਹਨਾਂ ਨੂੰ ਅੰਮ੍ਰਿਤ ਛਕਣਾ ਪਏਗਾ, ਮਨਜ਼ੂਰ ਹੈ ਸ਼ਰਤ। ਮੈਂ ਕਿਹਾ ਇਹ ਮੇਰੀ ਕੀਮਤ ਹੋਏਗੀ। ਜੀ ਨਹੀਂ ਜੀ ਇਹ ਕਿੱਦਾਂ ਦੀ ਗੱਲਾਂ ਇਦਾਂ ਦੀਆਂ। ਮੈਂ ਕਿਹਾ ਮੈਂ ਫਿਰ ਤੁਹਾਡੇ ਨਾਲ ਕਿਉਂ ਬਹਿਸ ਕਰਾਂ, ਹਾਂ ਮੈਂ ਕਿਉਂ ਆਪਣੀ એનર્ਜੀ ਵੇਸਟ ਕਰਾਂ ਜਦ ਤੁਸੀਂ ਮੇਰੇ ਕਹੇ ਤੇ ਮੰਨਣਾ ਹੀ ਨਹੀਂ, ਮੇਰੇ ਕੋਲ ਪੁੱਛ ਪੁੱਛ ਕੇ ਬਿਲਕੁਲ ਸਹੀ ਗੱਲ ਹੈ। ਮੈਂ ਕਿਉਂ ਮੈਂ ਆਪਣੀ એનર્ਜੀ ਵੇਸਟ ਜੀ, ਕਰਾਂ। ਜੀ। ਠੀਕ ਹੈ ਤੁਸੀਂ ਆਓ ਮੇਰੇ ਨਾਲ ਗੱਲ ਕਰੋ, ਹਾਂ ਤੁਸੀਂ ਮੈਨੂੰ ਕਨਵਿੰਸ ਕਰ ਲਓ, ਮੈਂ ਹੁਣੇ ਕੁਰਬਾਨ ਉਤਾਰ ਦਿਆਂ ਹੁਣੇ, ਕਿਉਂਕਿ ਮੈਨੂੰ ਮੁਕਤੀ ਚਾਹੀਦੀ ਹੈ। ਜੇ ਤੁਸੀਂ ਮੁਕਤੀ ਦਵਾ ਸਕਦੇ ਹੋ ਤਾਂ ਵੈਲਕਮ, ਪਰ ਮੈਨੂੰ ਪਤਾ ਕਿਤੇ ਹੋਰ ਮੁਕਤੀ ਹੈ ਨਹੀਂ। ਮੈਨੂੰ ਪਤਾ ਮੈਂ ਕੋਈ ਬਹਿਸ ਕਰ ਲਵੇ ਕਿਤੇ ਵੀ ਕਰ ਲਵੇ, ਲੇਕਿਨ ਸ਼ਰਤ ਇਹ ਹੋਏਗੀ ਕਿ ਜੇ ਉਹ ਮੈਨੂੰ ਕਨਵਿੰਸ ਕਰ ਲੇਗਾ ਤੇ ਮੈਂ ਸਿੱਖੀ ਛੱਡ ਦਿਆਂਗਾ। ਫਿਰ ਹੋਈ ਗੱਲਬਾਤ ਤੁਹਾਡੀ ਉੱਥੇ? ਭੱਜ ਗਏ, ਕਹਿੰਦੇ ਜੀ ਇਹ ਕੋਈ ਗੱਲ ਥੋੜੀ ਹੈ। ਮੈਂ ਕਿਹਾ ਇਹ ਗੱਲ ਨਹੀਂ ਤੇ ਜਾਓ ਫਿਰ। ਮੈਂ ਕਿਉਂ ਵੇਸਟ ਕਰਾਂ ਆਪਣੀ એનર્ਜੀ। ਜੇ ਮੈਂ 2 ਕਿ 3 ਸਾਲ ਬੀਬੀ ਵੀ ਸੀਖ ਨਾਲ ਜੀ। ਮੈਂ ਜੀ ਇਹ ਸ਼ਰਤ ਤੇ ਅਸੀਂ ਬਹਿਸ ਨਹੀਂ ਕਰਨੀ, ਮੈਂ ਕਿਹਾ ਜਾਓ ਫਿਰ, ਮੈਂ ਵੀ ਨਹੀਂ ਕਰਨੀ। ਕਿਉਂਕਿ ਜਿੱਥੇ ਸੱਚ ਨਹੀਂ, ਸੱਚ ਨਾਲ ਤਾਂ ਫਿਰ ਝੂਠ ਦਾ ਵਿਰੋਧ ਹੀ ਹੈ। ਕਸੌਟੀ ਰਾਮ ਕੀ ਝੂਠਾ ਟਿਕੇ ਨਾ। ਟਿੱਕਾ ਨਾ ਕੋਈ। ਇਹ ਰਾਮ ਦੀ ਕਸੌਟੀ, ਰੱਬ ਦੀ ਰੱਬ ਕਸੌਟੀ, ਦੀ। ਐਸੇ ਝੂਠਾ ਨਹੀਂ ਟਿਕ ਸਕਦਾ। ਐਸੇ ਉਹੀ ਟਿਕੇਗਾ ਜਿਹੜਾ ਤਤੀ ਤਵੇ ਤੇ ਬਹਿਸ ਕਰਦਾ, ਬਿਲਕੁਲ ਜਿਹੜਾ ਤੱਤੀ ਤਵੀ ਤੇ ਬਹਿ ਸਕਦਾ, ਜਿਹੜਾ ਆਰੇ ਨਾਲ ਚਿੜ ਸਕਦਾ ਹੈ, ਜਿਹੜਾ ਉਹੀ ਹੈ, ਬਿਲਕੁਲ ਉਹੀ ਬਹਿ ਸੋ ਮੈਂ ਧੰਨਵਾਦ ਕਰਦੀ ਹਾਂ ਡਾਕਟਰ ਗੁਰਦੀਪ ਸਿੰਘ ਜੀ ਦਾ, ਜਿਨ੍ਹਾਂ ਨੇ ਆਪਣਾ ਇੱਕ ਲੰਮਾ ਸਮਾਂ ਗੁਰੂ ਨਾਨਕ ਅਕੈਡਮੀ ਨੂੰ, ਗੁਰੂ ਨਾਨਕ ਸਕੂਲ ਹੇਸ ਨੂੰ ਦਿੱਤਾ ਤੇ ਹੁਣ ਇਹ ਪਿਛਲੇ ਸਾਲ ਰਿਟਾਇਰ ਹੋਏ ਨੇ। ਤੁਸੀਂ ਆਪਣੇ ਸਕੂਲ ਦੇ ਟਾਈਮ ਦੇ ਉਹਨਾਂ ਬੱਚਿਆਂ ਦੇ ਬਾਰੇ ਥੋੜਾ ਦੱਸੋ ਕਿ ਉਹਨਾਂ ਨੇ ਤੁਹਾਡੇ ਕੋਲੋਂ ਮਤਲਬ ਕੀ ਸਿੱਖਿਆ ਤੇ ਉਹਨਾਂ ਦਾ ਰਿਸਪੌਂਸ ਕਿਵੇਂ ਸੀ? ਕਿਉਂ ਮੈਨੂੰ ਬੜਾ ਅੱਛਾ ਲੱਗਦਾ ਹੈ, ਖਾਸ ਕਰਕੇ ਉਦੋਂ ਜਦੋਂ ਕੁਝ ਬੱਚੇ ਆ ਕੇ ਮੈਨੂੰ ਕਹਿੰਦੇ ਕਿ ਸਰ ਸਾਡੇ ਮੰਮੀ ਸਾਡੇ ਦਾਦੀ ਤੁਹਾਡਾ ਰੇਡੀਓ ਪ੍ਰੋਗਰਾਮ ਸੁਣਦੇ ਨੇ ਜੀ ਤੇ ਉਹ ਕਹਿੰਦੇ ਨੇ ਕਿ ਆਪਣੇ ਸਰ ਕੋਲੋਂ ਇੱਕ ਕੁਐਸਚਨ ਪੁੱਛ ਕੇ ਆਣਾ। ਹਾਂ ਮੈਂ ਕਿਹਾ ਮੈਨੂੰ ਇਸ ਕਰਕੇ ਅੱਛਾ ਲੱਗਾ ਕਿ ਹੁਣ ਜਿਹੜਾ ਕੁਐਸਚਨ ਦਾ ਜਵਾਬ ਮੈਂ ਤੁਹਾਨੂੰ ਦਿਆਂਗਾ ਤੁਹਾਨੂੰ ਵੀ ਮਿਲੇਗਾ, ਤੁਹਾਡੀ ਮੰਮੀ ਨੂੰ। ਮਤਲਬ ਹੁਣ ਸਤਿਗੁਰ ਤੇ ਸਾਡੇ ਇੱਥੇ ਤਾਂ ਕਹਿੰਦੇ ਕਿਣਕਾ ਏਕ ਜਿਸ ਦੀ ਬਸਾ, ਤਾਂ ਕਿ ਮੈਂ ਜੇ ਇੱਕ ਕਿਣਕਾ ਵੀ ਵਸ ਗਿਆ ਨਾ ਕਿਸੇ ਦੇ ਮਨ ਵਿੱਚ ਤੇ ਭਾਈ ਸਾਹਿਬ ਗੁਰਦਾਸ ਕਹਿੰਦਾ ਜੈਸੇ ਸਾਧ ਬੰਦਰ ਕੰਚਨ ਕੀ ਉਸਾਰਦੀ ਨੇ ਤੈਸੇ ਪੁੰਨ ਫਲ ਇੱਕ ਕਿਸੇ ਗੁਰ ਸਿੱਖ ਕੋ ਸ਼ਬਦ ਸਿਖਾਏਗਾ। ਇੱਕ ਕਿਸੇ ਗੁਰਸਿੱਖ ਨੂੰ ਸ਼ਬਦ ਸਿਖਾ ਦਿਓ ਤੇ ਤੁਹਾਨੂੰ 7 ਕੰਚਨ 7 ਸੋਨੇ ਦੇ ਮੁੰਦਰਾਂ ਬਣਾ ਦੇਣਾ। ਮਤਲਬ ਇਹਨਾਂ ਭਾਈ ਸਾਹਿਬ ਗੁਰਦਾਸ ਜੀ ਨੇ ਦੱਸਿਆ। ਤਾਂ ਮੈਨੂੰ ਖੁਸ਼ੀ ਹੁੰਦੀ ਸੀ, ਜਿਹੜੇ ਬੱਚੇ ਨਹੀਂ ਵੀ ਸੀ ਪੜ੍ਹਦੇ ਮੈਂ ਨਿਰਾਸ਼ ਨਹੀਂ ਸੀ ਹੁੰਦਾ ਉਹਨਾਂ ਨੂੰ। ਮੈਂ ਕਹਿੰਦਾ ਸੀ ਕੋਈ ਗੱਲ ਨਹੀਂ। ਤੇ ਮੇਰੀ ਇੱਕ ਆਦਤ ਸੀ, ਮੈਂ ਯੂਨੀਵਰਸਿਟੀ ਵਿੱਚ ਪੜ੍ਹਾਇਆ, ਯੂਨੀਵਰਸਿਟੀ ਵਿੱਚ ਜਦੋਂ ਮੈਂ ਲੈਕਚਰ ਕਰਦਾ ਸੀ, ਇੱਥੇ ਦੀ ਗੱਲ ਨਹੀਂ ਕਰ ਰਿਹਾ ਇੰਡੀਆ ਦੀ, ਇੱਥੇ ਦੇ ਖੈਰ ਬੱਚੇ ਥੋੜੇ ਜਿਹੇ ਡਿਸਿਪਲਿਨ ਦੇ ਵਿੱਚ ਨਹੀਂ ਹੈ, ਮੈਨੂੰ ਇਹ ਕਹਿਣ ਲੱਗਾ। ਅਗਰ ਉੱਥੇ ਮੇਰੀ ਕਲਾਸ ਕੋਈ ਬੱਚਾ ਆਪਸ ਵਿੱਚ ਗੱਲ ਕਰਦਾ ਸੀ ਨਾ ਤੇ ਉਹਦੇ ਲਈ ਮੈਂ ਆਪਣੇ ਆਪ ਨੂੰ ਦੋਸ਼ੀ ਸਮਝਦਾ ਸੀ ਕਿ ਮੇਰੇ ਲੈਸਨ ਵਿੱਚ ਘਾਟ ਹੈ, ਨਹੀਂ ਕਰ ਸਕਿਆ ਆਪਣੇ ਲੈਕਚਰ ਰਾਹੀਂ ਕਿ ਉਹਨਾਂ ਨੂੰ ਗੱਲ ਕਰਨ ਦਾ ਮੌਕਾ ਮਿਲੇ। ਪਰ ਇੱਥੇ ਵੀ ਜਿਹੜੇ ਬੱਚੇ ਬਹੁਤ ਸ਼ਾਰਪ ਨੇ, ਸੁਣਦੇ ਨੇ, ਉਹਨਾਂ ਬੱਚਿਆਂ ਦੇ ਦੇਖ ਲਓ। ਅੱਜ ਮੈਂ ਕਿੰਨੇ ਬੱਚੇ ਦੇਖਦੇ, ਕੋਈ ਕਹਿੰਦਾ ਸਰ ਮੈਂ ਵਕੀਲ ਬਣ ਗਿਆ, ਕੋਈ ਮਿਲਦੇ ਨੇ, ਕਈ ਵਾਰ ਜਿਮ 'ਚ ਮਿਲਦੇ ਨੇ, ਸਰ ਤੁਸੀਂ ਪਛਾਣਿਆ ਮੈਂ ਸੋਲਿਸਿਟਰ ਬਣ ਗਿਆ, ਮੈਂ ਡਾਕਟਰ ਬਣ ਗਿਆ। ਸੋ ਖੁਸ਼ੀ ਹੁੰਦੀ ਉਸਤਾਦ ਨੂੰ। 2-3 ਇੱਕ ਬੱਚੀ ਮਿਲੀ, ਮੈਂ ਸਿਸਟਰ ਬਣ ਗਈਆਂ ਤੇ ਹੋਰ ਵੀ ਮਿਲਦੇ ਬੱਚੇ। ਕਿ ਹੁਣ ਖੁਸ਼ੀ ਤੇ ਇਸ ਗੱਲ ਦੀ ਹੈ ਨਾ, ਦੇਖੋ 2 ਹੀ ਬੰਦੇ ਤੁਹਾਡੇ ਨਾਲ ਖੁਸ਼ ਹੋਣਗੇ, ਇੱਕ ਤੁਹਾਡੇ ਮਾਂ-ਬਾਪ, ਇੱਕ ਤੁਹਾਡਾ ਅਧਿਆਪਕ। ਬਾਕੀ ਸਭ ਤੁਹਾਡੇ ਨਾਲ ਜੈਲਸ ਕਰਨਗੇ, ਬਿਲਕੁਲ ਕਰਨਗੇ, ਸਭ ਜੈਲਸ ਕਰਨਗੇ। ਸਿਰਫ ਤੁਹਾਡੇ ਮਾਂ-ਬਾਪ ਚਾਹਣਗੇ ਕਿ ਮੇਰਾ ਬੱਚਾ ਮੇਰੇ ਤੋਂ ਅੱਗੇ ਜਾਏ ਜਾਂ ਤੁਹਾਡਾ ਅਧਿਆਪਕ ਜਾਏਗਾ। ਹੋਰ ਤੀਜੇ ਤੇ ਤੁਹਾਡੇ ਕੋਲ ਜੈਲਸ ਕਰਨਗੇ ਇਹ ਅੱਗੇ ਵੱਧ ਕਿੱਦਾਂ ਗਿਆ, ਵੱਧ ਕਿੱਦਾਂ ਗਈ। ਬੜੀ ਖੂਬਸੂਰਤ ਗੱਲ ਕੀਤੀ ਹੈ ਸਾਡੇ ਡਾਕਟਰ ਸਾਹਿਬ ਨੇ ਕਿ ਅੱਜ ਕੱਲ ਸਮੇਂ ਵਿੱਚ ਵੇਖਿਆ ਜਾਵੇ ਕਿ ਬੱਚੇ ਸੋਚਦੇ ਨੇ ਕਿ ਮੇਰੇ ਮਾਪਿਓ ਮੇਰੇ ਦੁਸ਼ਮਣ ਨੇ, ਆਪਣੇ ਮਾਪਿਓ ਕੋਲੋਂ ਦੂਰੀ ਪਾ ਲੈਂਦੇ ਨੇ, ਉਹਨਾਂ ਦੇ ਵਿਰੋਧ ਚਲੇ ਜਾਂਦੇ ਨੇ। ਪਰ ਯਕੀਨਨ ਇੱਕ ਫਾਰਸੀ ਦੀ ਕਹਾਵਤ ਹੁੰਦੀ ਹੈ ਕਦੇ ਕਿ ਜਿਹੜਾ ਕਿ ਤੁਹਾਡਾ ਦੋਸਤ ਹੁੰਦਾ ਨਾ, ਮਤਲਬ ਪੰਜਾਬੀ ਦਾ ਅਨੁਵਾਦ, ਜਿਹੜਾ ਤੁਹਾਡਾ ਦੋਸਤ ਹੁੰਦਾ ਉਹ ਤੁਹਾਨੂੰ ਰੁਵਾ ਕੇ ਉਠਾਉਂਦਾ ਹੈ ਤੇ ਜਿਹੜਾ ਦੁਸ਼ਮਣ ਹੁੰਦਾ ਤੁਹਾਨੂੰ ਹਮੇਸ਼ਾ ਹਸਾ ਕੇ ਉਠਾਉਂਦਾ ਹੈ। ਇੱਕ ਅਧਿਆਪਕ ਤੇ ਇੱਕ ਮਾਂ-ਬਾਪ ਤੋਂ ਇਲਾਵਾ ਦੁਨੀਆ ਦੇ ਸਾਰੇ ਲੋਕ ਤੁਹਾਡੇ ਨਾਲ ਜੈਲਸ ਕਰਦੇ ਨੇ। ਮਾਂ-ਪਿਓ ਨੂੰ ਆਪਣਾ ਦੋਸਤ ਤੇ ਆਪਣੇ ਅਧਿਆਪਕ ਨੂੰ ਆਪਣਾ ਦੋਸਤ ਮਿੱਤਰ ਜਾਣੋ, ਬੜੀ ਵਧੀਆ ਗੱਲ ਹੈ। ਇੱਕ ਗੱਲ ਮੈਂ ਛੋਟੀ ਜਿਹੀ ਦੱਸ ਦਿਆਂ, ਤੁਹਾਡਾ ਟਾਈਮ ਹੈ। ਹਾਂਜੀ, ਤੁਸੀਂ ਦੋਸਤ ਦੀ ਗੱਲ ਕੀਤੀ ਨਾ ਜੀ। 2 ਭਰਾ ਸਨ, ਇੱਕ ਆਨੰਦ ਰਾਏ ਤੇ ਇੱਕ ਅਣੀ ਰਾਏ, ਸਾਡੇ ਦੋਨੋਂ ਭੂਆ ਤੇ ਮਾਮੇ ਦੇ ਪੁੱਤ ਸਨ। ਹਾਂਜੀ, ਇੱਕ ਆਨੰਦ ਰਾਏ ਵੈਦ ਸੀ, ਡਾਕਟਰ ਸੀ। ਅਣੀ ਰਾਏ ਜਿਹੜਾ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਬੜਾ ਸਿੱਖ ਸੀ, ਉੱਚ ਪੈਮਾਨੇ ਦਾ ਸਿੱਖ ਸੀ। ਆਨੰਦ ਰਾਏ ਕਹਿੰਦਾ ਮੇਰੇ ਕੋਲ ਸਭ ਕੁਝ ਹੈ, ਸਭ ਕੁਝ ਹੈ, ਪਰ ਮੇਰੇ ਕੋਲ ਕਈ ਗੱਲਾਂ ਨੇ ਜਿਹਦੇ ਜਵਾਬ ਨਹੀਂ। ਖੈਰ ਇਹ ਲੰਬੀ ਕਹਾਣੀ ਹੈ। ਤੁਸੀਂ ਦੋਸਤ ਦੀ ਗੱਲ ਕੀਤੀ, ਮੈਂ ਉਹ ਤੇ ਪੁਆਇੰਟ ਤੇ ਆਉਣਾ। ਠੀਕ ਹੈ। ਉਹ ਕਹਿੰਦੇ ਜੀ ਦੋਸਤ ਦੀ ਡੈਫੀਨੇਸ਼ਨ ਕੀ ਹੁੰਦੀ ਹੈ, ਦੋਸਤ ਦੀ ਪਰਿਭਾਸ਼ਾ ਕੀ? ਜੀ ਕਹਿੰਦੇ ਜੀ ਦੋਸਤ ਦੀ ਪਰਿਭਾਸ਼ਾ ਹੈ ਕਿ ਜਿਹੜੇ ਦੋਸਤ ਦੀ ਅੱਖਾਂ 'ਚ ਆਂਸੂ ਆਣ ਨਾ ਤੈਨੂੰ ਪੂੰਝਦਾ। ਹਾਂ, ਇਹੀ ਪਰਿਭਾਸ਼ਾ ਨਾ। ਹਾਂ, ਤੇ ਉਹ ਦੂਜਾ ਕਹਿੰਦਾ ਵੈਦ ਸੀ ਨਾ, ਕਹਿੰਦਾ ਨਹੀਂ ਮੇਰੀ ਤਸੱਲੀ ਨਹੀਂ ਹੋਈ। ਹਾਂ, ਕਹਿੰਦੇ ਫਿਰ ਤੇਰੀ ਤਸੱਲੀ ਕੋਈ ਕਰਾ ਸਕਦਾ? ਕਹਿੰਦਾ ਹਾਂ ਗੁਰੂ ਗੋਬਿੰਦ ਸਿੰਘ ਕਰਾ ਸਕਦੇ। ਉਹਨਾਂ ਕੋਲ ਪੁੱਛਦੇ ਤੇ ਗੁਰੂ ਗੋਬਿੰਦ ਸਿੰਘ ਅਨੰਦਪੁਰ ਸਾਹਿਬ ਚਲੇ ਗਏ।
ਤੇ ਉਹ ਕਹਿੰਦੇ ਵੀ ਤੁਸੀਂ ਦੋਸਤ ਦੀ ਪਰਿਭਾਸ਼ਾ ਪੁੱਛੀ ਹੈ, ਤੁਸੀਂ ਕੀ ਪਰਿਭਾਸ਼ਾ ਲੈ ਕੇ ਆਏ? ਕਹਿੰਦੇ ਜੀ ਸਾਡੇ ਨਜ਼ਰ ਤੇ ਇਹ ਪਰਿਭਾਸ਼ਾ ਹੈ ਵੀ ਜਿਹੜਾ ਦੋਸਤ ਹੈ ਦੂਸਰੇ ਦੋਸਤ ਦੀ ਅੱਖਾਂ 'ਚ ਆਏ ਹੰਝੂ ਪੂੰਝ ਦੇਵੇ, ਇਹੀ ਪਰਿਭਾਸ਼ਾ ਹੈ। ਸਤਿਗੁਰੂ ਕਹਿੰਦੇ ਬਸ ਇੱਥੇ ਤੱਕ ਹੀ ਸੀਮਿਤ ਹੋ। ਕਹਿੰਦੇ ਦੋਸਤ ਉਹ ਹੈ ਜਿਹੜਾ ਦੋਸਤ ਦੇ ਹੁੰਦੇ ਆ ਉਹਦੀ ਅੱਖਾਂ 'ਚ ਹੰਝੂ ਆਣੀ ਨਾ ਦੇਵੇ। ਕਮਾਲ ਹੈ, ਕਮਾਲ ਹੈ, ਕਮਾਲ ਕਹਿੰਦੇ ਹੈ। ਦੋਸਤ ਦੇ ਹੁੰਦੇ ਆ ਦੋਸਤ ਦੀ ਅੱਖਾਂ 'ਚ ਹੰਝੂ ਆ ਕਿੱਦਾਂ ਗਏ? ਬਿਲਕੁਲ ਬਿਲਕੁਲ ਕਮਾਲ ਦੀ ਗੱਲ ਹੈ, ਕਮਾਲ ਦੀ ਗੱਲ ਹੈ, ਬੜੀ ਕਮਾਲ ਦੀ ਗੱਲ ਹੈ, ਵੱਡੀ ਗੱਲ ਹੈ ਕਮਾਲ ਦੀ। ਪਰ ਇਹ ਗੱਲਾਂ ਨੂੰ ਸਮਝਣ ਵਾਸਤੇ ਸੁਣਨ ਵਾਸਤੇ ਕੰਨ ਰੈਡੀ ਕਰਨੇ ਪੈਣਗੇ ਆਪਣੇ। ਹਾਂਜੀ, ਸੋ ਮੈਂ ਧੰਨਵਾਦ ਕਰਦੀ ਹਾਂ ਡਾਕਟਰ ਗੁਰਦੀਪ ਸਿੰਘ ਜੀ ਦਾ, ਤੇ ਮੈਂ ਆਪ ਤੁਹਾਨੂੰ ਬਹੁਤ ਇਹਨਾਂ ਦੀ ਸ਼ੁਕਰਗੁਜ਼ਾਰ ਹਾਂ ਕਿ ਜਿਸ ਮੁਕਾਮ ਤੇ ਅਸੀਂ ਗੱਲ ਕਰਨ ਦਾ ਯਤਨ ਕਰਦੇ ਹਾਂ ਇਹਨਾਂ ਪਾਸੋਂ ਬਹੁਤ ਕੁਝ ਸਿੱਖਦੇ ਹਾਂ। ਇੱਕ ਵਾਰ ਫਿਰ ਡਾਕਟਰ ਗੁਰਦੀਪ ਸਿੰਘ ਦਾ ਪੰਜਾਬੀ ਵਿਰਾਸਤ USA ਚੈਨਲ ਤੇ ਜੀ ਆਇਆਂ ਨੂੰ ਧੰਨਵਾਦ ਆਪ ਜੀ ਦੇ ਬੇਸ਼ੁਮਾਰ। ਥੋੜਾ ਜਿਹਾ ਬੀਬੀ ਗੁਜਰੀ ਕੌਰ ਵਾਲੀ ਵੀ ਦੱਸ ਦਿਆਂ, ਇਹ ਸਾਡੇ ਬੜੇ ਪੁਰਾਣੇ ਮਤਲਬ ਹੁਣ ਮੈਂ ਮਿੱਤਰ ਕਹਿਣ ਲੱਗਾ, ਵੈਸੇ ਭੈਣ ਹੈ ਸਾਡੀ, ਤੇ ਮਤਲਬ ਮੈਨੂੰ ਹੁਣ ਪਤਾ ਨਹੀਂ ਪਰ ਮੈਂ ਕਹਿਣ ਦੀ ਜ਼ਰੂਰਤ ਕਰ ਰਿਹਾ। ਸਾਡੀ ਭੈਣ ਇੱਕ ਮੁਕਾਮ ਤੇ ਆ ਕੇ ਬਹੁਤ ਬਿਮਾਰ ਹੋ ਗਈ ਸੀ, ਠੀਕ ਹੈ ਨਾ ਮੇਰੀ ਗੱਲ? ਬਿਲਕੁਲ ਜਦੋਂ ਕੋਈ ਦਵਾਈ ਅਸਰ ਨਹੀਂ ਕਰਦੀ ਉਦੋਂ ਕੌਣ ਅਸਰ ਕਰਦਾ? ਦਵਾ ਗੁਰੂ। ਤੁਸੀਂ ਉਹ ਪ੍ਰੈਕਟੀਕਲ ਦੇਖਿਆ ਨਾ? ਬਿਲਕੁਲ ਬਿਲਕੁਲ। ਮੈਂ ਨਹੀਂ ਕਹਿਣਾ ਚਾਹੁੰਦਾ, ਇਸ ਭੈਣ ਨੂੰ ਦੇਖ ਲਓ ਪ੍ਰੈਕਟੀਕਲ ਅੱਜ ਸਾਡੇ ਸਾਹਮਣੇ। ਡਾਕਟਰ ਜਦੋਂ ਜਵਾਬ ਦੇ ਦੇਣ ਨਾ, ਗੁਰੂ ਜਵਾਬ ਨਹੀਂ ਦੇਗਾ। ਪਰ ਜਾਇਓ ਭਰੋਸੇ ਨਾਲ। ਤੋਂ ਮੈਂ ਆਇਆ ਦੌਰੇ ਆਇਆ, ਭਰੋਸੇ ਆਇਆ, ਜਾਇਓ ਭਰੋਸੇ ਨਾਲ। ਭਰੋਸੇ ਤੋਂ ਬਗੈਰ ਨਹੀਂ ਮਿਲੀ। ਭਰੋਸੇ ਤੋਂ ਬਿਨਾਂ ਨਹੀਂ ਮਿਲਦੀ। ਧੰਨਵਾਦ ਕਰਦੀ ਹਾਂ ਜੀ, ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।